हेलो दोस्तों, इग्नाइट पंजाब चैनल एक बार फिर लास्ट पार्ट 2018 प्रीलिम्स ਦਾ ਜਿਹੜਾ ਪੀਪੀਐਸਸੀ ਨੇ ਪੇਪਰ ਕਰਾਇਆ ਸੀ ਬੱਚੋ, ਉਹਦੇ ਮੈਂ ਕੁਐਸਚਨ ਆਨਸਰ ਫਾਰਮੈਟ ਚ ਤੁਹਾਡੇ ਵਾਸਤੇ ਯੂਨੀਕ ਕਨਸੈਪਟ ਲਾ ਕੇ ਕੁਐਸਚਨਸ ਨੂੰ ਫੇਰ ਲੈ ਕੇ ਆ ਗਿਆ ਤੁਹਾਡੇ ਸਾਹਮਣੇ ਤੇ ਮੈਂ ਹਰੇਕ ਵਾਰ ਹਰ ਵੀਡੀਓਜ਼ ਤੁਹਾਨੂੰ ਦੱਸਦਾ ਬੱਚੋ, ਮੈਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੇ ਮੈਂ ਬਿਲਕੁਲ ਵੀ ਕੋਈ ਕਿਸੇ ਪ੍ਰਕਾਰ ਦਾ ਆਪਣੇ ਮਨ ਚ ਉਹ ਨਹੀਂ ਰੱਖਦਾ ਕਿ ਮੈਂ ਛੱਡਦਾ ਕਿਸੇ ਚੀਜ਼ ਨੂੰ ਸ਼ਾਰਟ ਕਰਦਾ, ਨਹੀਂ। ਕਿਉਂਕਿ ਮੈਨੂੰ ਪਤਾ ਹੈ ਵੀ ਇਹ ਜਿਹੜੇ ਨੌਕਰੀਆਂ ਦੇ ਪੇਪਰ ਹੈ, ਜਿਸ ਟਾਈਪ ਦਾ ਇਸ ਪੇਪਰਾਂ ਵਿੱਚ ਬੱਚਿਆਂ ਦੀ ਤਿਆਰੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਆਪਾਂ ਕੋਈ ਵੀ ਗੈਪ ਛੱਡਣਾ ਬਿਲਕੁਲ ਵੀ ਅਫੋਰਡ ਨਹੀਂ ਕਰ ਸਕਦੇ। ਤਾਂ 100% ਇਨਫੋਰਮੇਸ਼ਨ, ਇਨਕਰੈਕਟ ਆਪਸ਼ਨਸ ਨੂੰ ਵੀ ਕਰੈਕਟ ਕਰਕੇ ਉਹ ਮੈਂ ਤੁਹਾਡੇ ਵਾਸਤੇ ਲੈ ਕੇ ਆਂਦਾ ਹੈ। ਇਹ ਬਹੁਤ ਹੀ ਟੌਪ ਤੇ ਹਾਈ ਲੈਵਲ ਦੀ ਜੌਬਸ ਹੈ, ਵੀ ਅੰਡਰਸਟੈਂਡ ਦਿਸ ਥਿੰਗ। ਇਹ ਜੌਬਸ ਬਹੁਤ ਹੀ ਕੰਪੀਟੀਸ਼ਨ ਵਿੱਚੋਂ ਬੱਚਿਆਂ ਨੂੰ ਨਿਕਲ ਕੇ ਤੇ ਕੰਪਲੀਟ ਜਿਹੜੀ ਇਨਫੋਰਮੇਸ਼ਨ ਹੈ ਉਹ ਤੇ ਆਪਾਂ ਬਿਲਕੁਲ ਵੀ ਇਹ ਨਹੀਂ ਸੋਚ ਸਕਦੇ ਹੈ ਕਿ ਵੀ ਕਿਸੇ ਇਨਫੋਰਮੇਸ਼ਨ ਦੇ ਪਾਰਟ ਨੂੰ ਮਿਸ ਕਰ ਦਈਏ ਤੇ ਅਨਇੰਪੋਰਟੈਂਟ ਹੈ, ਪ੍ਰੋਵਾਈਡਡ ਕਿ ਉਹ ਪੁਰਾਣੇ ਕੁਐਸਚਨ ਤਾਂ ਜਮਾ ਹੀ ਇੱਕ ਇੱਕ ਪੁਆਇੰਟ ਇੱਕ ਇੱਕ ਸਿੰਗਲ ਵਰਡ ਉਹਦੇ ਚ ਇੰਪੋਰਟੈਂਟ ਹੈ। ਤੇ ਮੈਂ SSSB, ਪੰਜਾਬ ਪੁਲਿਸ, ਸਕੂਲ ਐਜੂਕੇਸ਼ਨ, ਪੀਪੀਐਸਸੀ, ਇਹ ਸਾਰਿਆਂ ਦੇ ਪੇਪਰ ਲੈ ਕੇ ਆਂਦਾ ਰਿਹਾ। ਉਹਨਾਂ ਦੀ ਅਲੱਗ-ਅਲੱਗ ਮੈਂ ਪਲੇਲਿਸਟ ਬਣਾਈ ਹੋਈ ਹੈ ਤੇ ਤੁਸੀਂ ਕਿਤੇ ਵੀ ਜਾਂਦੇ ਜਾਂਦੇ ਇਵਨ ਤੁਹਾਨੂੰ ਵੀਡੀਓ ਵੀ ਤੁਹਾਨੂੰ ਦੇਖਣ ਦਾ ਨਹੀਂ ਮਨ ਕਰ ਰਿਹਾ ਤਾਂ ਤੁਸੀਂ ਵੀਡੀਓ ਨੂੰ ਬੰਦ ਕਰ ਸਕਦੇ ਹੋ। ਤੁਸੀਂ ਵੇਟ ਕਰ ਰਹੇ ਹੋ, ਕਿਤੇ ਅਪਾਇੰਟਮੈਂਟ ਵਾਸਤੇ ਖੜੇ ਹੋ, ਤੁਸੀਂ ਕਿਸੇ ਕਾਲਜ ਚੋ, ਤੁਸੀਂ ਲੰਚ ਕਰ ਰਹੇ ਹੋ, ਵਾਕ ਕਰ ਰਹੇ ਹੋ, ਤੁਸੀਂ ਫਰੈਂਡਸ ਨਾਲ ਵਾਕ ਕਰ ਰਹੇ ਹੋ, ਜਾਂ ਤੁਸੀਂ ਰਨਿੰਗ ਤੇ ਚਲ ਗਏ, ਇਕੱਲੇ ਜਾ ਰਹੇ ਹੋ, ਤੇ ਤੁਸੀਂ ਕਿਤੇ ਵੀ ਕੰਨ ਚਲਾ ਕੇ ਕੁਐਸਚਨਸ ਤੁਹਾਨੂੰ ਮੈਂ ਯਾਦ ਕਰਵਾ ਦੂੰਗਾ। ਤੇ ਮੇਰੇ ਚੈਨਲ ਦੀ ਇਹ ਤੁਹਾਡੇ ਵਾਸਤੇ, ਬੱਚਿਆਂ ਵਾਸਤੇ ਮੈਂ ਇਹ ਖਾਸ ਆਪਣੇ ਮਨ ਨੂੰ ਕਹਿੰਦਾ ਰਹਿੰਦਾ ਹੈ ਕਿ ਕਿਸੇ ਵੀ ਕੀਮਤ ਤੇ ਐਨੀ ਹਾਊ ਮਾਈ ਸਟੂਡੈਂਟ, ਅਵਰ ਵਿਊਅਰ, ਅਵਰ ਸਬਸਕ੍ਰਾਈਬਰ ਹੈ ਜਿਹੜਾ, ਉਹਨੂੰ ਜਦ ਵੀ ਇੱਕ ਵਾਰ ਉਹ ਵੀਡੀਓ ਦੇਖ ਲਵੇ ਤੇ ਉਹ ਯਾਦ ਰਵੇ। ਤੇ ਉਹਦੇ ਵਾਸਤੇ ਮੈਂ ਪੂਰੇ ਐਫਰਟਸ ਨਾਲ ਇਹ ਕਰਦਾ ਇਹ ਕੰਮ। ਤੇ ਤੁਸੀਂ ਮੈਨੂੰ ਕਮੈਂਟਸ 'ਚ ਵੀ ਦੱਸ ਸਕਦੇ ਹੋ ਜੇ ਕੋਈ ਤੁਹਾਨੂੰ ਹੋਰ ਲੱਗਦਾ ਹੈ ਵੀ ਕਿਸੇ ਚੀਜ਼ ਨੂੰ ਇੰਪਰੂਵ ਕਰਨਾ ਹੈ ਜਾਂ ਕਿਸ ਟਾਈਪ ਦੇ ਤੁਹਾਨੂੰ ਕੁਐਸਚਨਸ ਚਾਹੀਦੇ ਹੈ, ਹੋਰ ਸ਼ਾਰਟ ਕਰਨਾ ਹੈ, ਕੋਈ ਕਲਰ ਕੰਬੀਨੇਸ਼ਨ ਯੂ ਵਾਂਟ, ਕੋਈ ਸਪੈਸ਼ਲ ਬੋਲਣ ਦਾ ਤਰੀਕਾ ਯੂ ਵਾਂਟ, ਆਈ ਕੈਨ ਡੂ ਦੈਟ ਫॉर ਯੂ। ਲੈਟ ਅਸ ਸਟਾਰਟ। ਹੁਣ ਆਪਾਂ ਜਮਾ ਵੀ ਟਾਈਮ ਵੇਸਟ ਨਹੀਂ ਕਰਨਾ ਕਿਉਂਕਿ ਸਟੂਡੈਂਟਸ ਦਾ ਟਾਈਮ ਹੀ ਸਭ ਤੋਂ ਇੰਪੋਰਟੈਂਟ ਹੈ। ਟਾਈਮ ਐਂਡ એનર્ਜੀ ਜਿਹੜੀ ਸਟੂਡੈਂਟ ਦੀ ਹੈ, ਐਸਪੀਰੈਂਟ ਦੀ ਹੈ, ਉਹ ਇੱਕ ਇੱਕ ਸੈਕਿੰਡ ਹੈ ਜਿਹੜਾ, ਦੈਟ ਇਜ਼ ਵੈਰੀ 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 ਇੰਪੋਰਟੈਂਟ। ਕਿਉਂਕਿ ਮੈਂ ਆਪ ਟੀਚਰ ਰਿਹਾ 10-15 ਸਾਲ ਤੋਂ, ਉਸ ਚੀਜ਼ ਨੂੰ ਮੈਂ ਕੰਪਲੀਟਲੀ ਅੰਡਰਸਟੈਂਡ ਕਰਦਾ। ਸੋ ਵੀ ਆਰ ਸਟਾਰਟਿੰਗ next question number, let me 1 second, so I have taken this highlighter, मैं highlighter choose कर लिया है, ठीक है जी। क्वेश्चन नंबर 101, क्वेश्चन नंबर 101 तो ਆਪਾਂ ਸ਼ੁਰੂ ਕਰ ਲਿਆ। 100 ਤੱਕ ਮੈਂ ਕਰ ਲਏ ਸੀ, ਹਾਈਲਾਈਟਡ ਫਾਰਮ ਚ ਮੈਂ ਕਰਿਆ। ਇੱਥੇ ਹਾਈਲਾਈਟਰ 100 ਤੇ ਉੱਪਰ ਤੁਹਾਨੂੰ ਸ਼ੋ ਨਹੀਂ ਹੋ ਰਿਹਾ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਹੀਂ ਕੀਤੇ ਗਏ, ਕੁਐਸਚਨ ਕੀਤੇ ਗਏ ਹੈ। ਦੇ ਕੁਐਸਚਨ ਦੇਖੋ ਜੀ, ਦਾ ਸੀਜ਼ਨਲੀ ਐਡਜਸਟਡ Nikkei India Services Business Activity Index has shown robust growth in service sector in India। ਸਰਵਿਸ ਸੈਕਟਰ ਦੀ ਮੈਂ ਪਹਿਲਾਂ ਇੰਗਲਿਸ਼ ਚ ਫਿਰ ਮੈਂ ਪੰਜਾਬੀ ਚ ਦੱਸ ਦੂੰਗਾ। ਦ ਇੰਡੈਕਸ ਇਨ May 2018 ਹੈਜ਼ risen to 52.6, registering the fastest growth since। ਬੱਚੋ ਇਹ ਕਰੰਟ ਦਾ ਕੁਐਸਚਨ ਹੈ, ਬਹੁਤ ਹੀ ਸਪੈਸੀਫਿਕ ਕਰੰਟ ਦਾ ਕੁਐਸਚਨ ਹੈ, ਨਿਊਜ਼ਪੇਪਰ ਵਿੱਚ ਆਇਆ ਹੋਣਾ ਹੈ। ਇਹਨੂੰ ਇਕਨੋਮੀ ਦੇ ਆਪਾਂ ਕਰੰਟ ਨਾਲ ਕਨੈਕਟ ਕਰ ਸਕਦੇ ਹਾਂ। ਇਹਦਾ ਕੁਐਸਚਨ ਦਾ ਕੀ ਮਤਲਬ ਹੋਏਗਾ? ਸੀਜ਼ਨਲੀ ਐਡਜਸਟਡ, ਇਹ ਸੀਜ਼ਨਲੀ ਇੱਕ ਕੋਈ ਇੰਡੈਕਸ ਹੁੰਦਾ ਜਿਹਦੇ ਵਿੱਚ ਆਪਾਂ ਕੋਈ ਵੀ ਇੰਡੈਕਸ ਇੱਕ ਨੰਬਰ ਦੇ ਰਾਹੀਂ, ਕਿਸੇ ਦੇਸ਼ ਦੇ, ਜਿਵੇਂ ਇੱਕ ਹੈਪੀਨੈਸ ਦਾ ਇੰਡੈਕਸ ਹੁੰਦਾ, ਕਿਸੇ ਕੰਟਰੀ ਦਾ WPI ਦੇ ਇੰਡੈਕਸ ਹੁੰਦੇ ਆ, CPI ਦੇ ਇੰਡੈਕਸ ਹੁੰਦੇ ਆ, ਉਹਦੇ ਨਾਲ ਆਪਾਂ ਕੰਟਰੀ ਦੀ ਗਰੋਥ ਨੂੰ ਨਾਪ ਸਕਦੇ ਹਾਂ। ਤੇ ਨਿੱਕੀ ਇੰਡੀਆ ਸਰਵਿਸ ਬਿਜ਼ਨਸ ਐਕਟੀਵਿਟੀ ਇੰਡੈਕਸ ਹੈ, ਇਹਨੇ ਬਹੁਤ ਹੀ ਰੋਬਸਟ ਗਰੋਥ ਤੇ ਜ਼ਬਰਦਸਤ ਗਰੋਥ ਦਿਖਾਈ ਹੈ ਸਰਵਿਸ ਸੈਕਟਰ, ਇੰਡੀਆ ਦੇ ਸਰਵਿਸ ਸੈਕਟਰ ਵਿੱਚ। ਤੇ ਇਨ ਇੰਡੀਆ ਦਾ ਇੰਡੈਕਸ ਇਨ May 2018, ਕਿਉਂਕਿ ਪੇਪਰ ਇਹ 2018 ਦਾ, ਤਾਂ ਮਈ 2018 ਚ ਹੈਜ਼ ਰਿਜ਼ਨ ਟੂ, ਮਤਲਬ ਇਹ ਜਿਹੜਾ ਇੰਡੈਕਸ ਹੈ 52.6 ਇਸ ਇੰਡੈਕਸ ਦੇ ਤੋਂ ਨੰਬਰ ਦਿੱਤਾ ਗਿਆ ਇੰਡੀਆ ਨੂੰ, ਤਾਂ ਕਾਫੀ ਵਧੀਆ ਨੰਬਰ ਇਹ ਮੰਨਿਆ ਜਾਂਦਾ ਹੈ। ਤੇ ਇਹਨੇ ਗਰੋਥ ਦਿਖਾਈ ਹੈ। ਤਾਂ ਫਾਸਟੈਸਟ ਗਰੋਥ ਇਹ ਹੋਈ ਹੈ ਕਿਸ ਸਾਲ ਦੇ ਕੰਪੈਰੀਜ਼ਨ ਚ, ਕਿਸ ਸਾਲ ਦੀ ਰੈਫਰੈਂਸ ਤੇ? ਬੱਚੇ ਇਹਦਾ ਆਨਸਰ ਹੈ ਜੂਨ 2017। ਇਟ ਵਾਜ਼ ਅੰਡਰਸਟੂਡ ਆਲਸੋ ਬੱਚੇ, ਇਹਦੇ ਵਾਸਤੇ ਆਪਾਂ ਨੂੰ ਸਪੈਸ਼ਲ ਤਿਆਰੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜਦ ਇਹ ਇੰਡੈਕਸ 2018 ਵਿੱਚ ਆਇਆ ਹੋਣਾ, ਕਿਉਂਕਿ ਇੱਕ ਸਾਲ ਦਾ ਓਬਵੀਅਸਲੀ ਇੰਡੈਕਸ ਹੋਣਾ, ਕਈ ਚੀਜ਼ਾਂ ਆਪਾਂ ਸਮਝਦੇ ਪੜ੍ਹਦੇ ਆਪਾਂ ਨੂੰ ਅੰਡਰਸਟੈਂਡਿੰਗ ਬਣ ਜਾਂਦੀ ਹੈ। ਜੂਨ ਟੂ ਮਈ ਦਾ ਇੱਕ ਸਾਲ ਦਾ ਇੰਡੈਕਸ ਬਣਦਾ ਹੋਣਾ ਇਹ, ਤੇ ਜੂਨ 2017 ਤੋਂ ਲੈ ਕੇ ਇਹ ਜਿਹੜਾ ਮਈ 2018 ਤੱਕ ਹੈ, ਇਹਦੀ ਬਹੁਤ ਹੀ ਫਾਸਟੈਸਟ ਗਰੋਥ ਹੋਈ ਹੋਣੀ ਹੈ ਇੰਡੀਆ ਦੀ ਸਰਵਿਸ ਸੈਕਟਰ ਦੀ, ਜੋ ਕਿ ਆਪਾਂ ਨਿੱਕੀ ਇੰਡੀਆ ਸਰਵਿਸ ਬਿਜ਼ਨਸ ਐਕਟੀਵਿਟੀ ਇੰਡੈਕਸ ਵਿੱਚ ਦੇਖਿਆ ਗਿਆ ਹੈ। ਓਕੇ, ਕੁਐਸਚਨ ਨੰਬਰ 102, 52.6 ਬੱਚੋ ਤੁਸੀਂ ਪਿਛਲੇ ਦਾ ਯਾਦ ਵੀ ਰੱਖਣਾ ਹੈ, ਤੁਸੀਂ ਮੇਨਸ 'ਚ ਵੀ ਕਿਤੇ ਡੇਟਾ ਯੂਜ਼ ਕਰ ਸਕਦੇ ਹੋ। ਇਹ ਤੁਸੀਂ ਮੇਨਸ ਤੇ ਲਿਖਦੇ ਵੀ ਇਹ ਪੁਆਇੰਟਾਂ ਨੂੰ ਲਿਖ ਸਕਦੇ ਹੋ। ਬੱਚੋ ਪੁਆਇੰਟਸ ਹੀ ਹੁੰਦੇ ਆ ਜਿਹੜੇ ਬੰਦੇ ਕੋਲ, ਇੱਕ ਤਰ੍ਹਾਂ ਤੁਸੀਂ ਲੈ ਲਓ ਬੰਦੂਕ ਦੀਆਂ ਗੋਲੀਆਂ ਜਿਹੜੀਆਂ ਤੁਸੀਂ ਚਲਾਣੀਆਂ ਹੁੰਦੀਆਂ ਮੇਨਸ ਵਿੱਚ। ਇਜ਼ 에ਅਰਪੋਰਟ ਅਥਾਰਟੀ ਆਫ ਇੰਡੀਆ ਇਹ ਮਹਾਰਤਨਾ ਇੰਡਸਟਰੀ? ਦੇਖੋ ਆਪਣੇ ਜਿਹੜੇ ਸਰਕਾਰ ਦੀਆਂ ਇੰਡਸਟਰੀਆਂ ਜਿਹੜਿਆਂ 'ਚ ਸਰਕਾਰ ਦਾ ਸ਼ੇਅਰ 50% ਐਂਡ ਅਬਵ ਹੈ, ਉਹ ਕਈ ਸਾਰੀਆਂ ਹੁੰਦੀਆਂ। ਮਹਾਰਤਨਾ ਹੁੰਦੀ ਹੈ, ਤੁਸੀਂ ਜਿਨ੍ਹਾਂ ਨੂੰ ਆਪਾਂ ਗਵਰਨਮੈਂਟ ਦੀਆਂ ਕੰਪਨੀਆਂ ਕਹਿ ਦਿੰਦੇ ਆ ਨਾ, ਉਹ ਇੰਡਸਟਰੀਜ਼ ਹੁੰਦੀਆਂ। ਸਰ 에ਅਰਪੋਰਟ ਅਥਾਰਟੀ ਆਫ ਇੰਡੀਆ, ਕੀ ਇਹ ਮਹਾਰਤਨਾ ਇੰਡਸਟਰੀ ਹੈ? ਇਹ ਕੁਐਸਚਨ ਉਹਨਾਂ ਨੇ ਪੁੱਛਿਆ ਹੋਇਆ ਸੀਗਾ ਤੇ ਇਹਦਾ ਆਨਸਰ ਨੋ ਹੈ ਬੱਚੋ। 에ਅਰਪੋਰਟ ਅਥਾਰਟੀ ਆਫ ਇੰਡੀਆ ਮਹਾਰਤਨਾ ਇੰਡਸਟਰੀ ਨਹੀਂ ਹੈ।
देयर आर 12 महारत्ना इंडस्ट्रीज इन इंडिया नेमली ਕਿਹੜੀਆਂ ਹਨ ਉਹ ਮੈਂ ਉਰੇ ਪਾਤੀਆਂ ਹੈ ਇਹਦਾ ਮਤਲਬ ਇਹ ਥੋੜੀ ਮੈਂ ਇੱਕੋ ਆਪਸ਼ਨ ਤੇ ਛੱਡੂਗਾ ਤੁਹਾਨੂੰ ਸਾਰੀ ਗੱਲ ਦੱਸੂਗਾ भारत पेट्रोलियम कॉर्पोरेशन ऑफ इंडिया कॉर्पोरेशन लिमिटेड बीपीसीएल बार बार रिपीट कर रहा ताकि ਤੁਹਾਨੂੰ याद रहे 12 महारत्ना इंडस्ट्रीज है इंडिया ਦੇ ਵਿੱਚ ਉਹਨਾਂ ਦਾ ਮੈਂ ਨਾਮ ਥੱਲੇ ਲਿਖੇ ਹੋਏ ਆ स्टील अथॉरिटी ऑफ इंडिया बच्चों नेक्स्ट है ਜਿਹੜੀ ऑयल एंड नेचुरल गैस कमीशन ओएनजीसी इंडियन ऑयल कॉर्पोरेशन लिमिटेड आईओसीएल भारत हैवी इलैक्ट्रॉनिक लिमिटेड बीएचईएल ਇਹਦੇ ਤੇ ਟ੍ਰੇਨ ਦੇ ਇੰਜਣ ਆਨੇ ਆਪਾਂ ਦੇਖਿਆ बीएचईएल ਲਿਖਿਆ ਹੁੰਦਾ ਉਹਨਾਂ ਤੇ रूरल इलैक्ट्रिसिटी कॉर्पोरेशन आरईसी हिंदुस्तान पेट्रोलियम कॉर्पोरेशन लिमिटेड एचपीसीएल ਦੇ ਪੰਪ ਹੁੰਨੇ ਆ ਆਪਾਂ ਜਿੱਥੋਂ ਤੇਲ ਵੀ ਪਵਾਉਂਦੇ ਦੇਖ ਵੀ ਜਦ ਵੀ ਆਪਾਂ ਜਾਣੇ ਉਸ ਚੀਜ਼ਾਂ ਨੂੰ ਰਿਮਾਈਂਡ ਕਰਨਾ ਆਪਣੇ ਆਪ ਨੂੰ ਕੋਲ ਇੰਡੀਆ ਲਿਮਿਟਡ ਬੱਚੋ ਸੀਆਈਐਲ ਇਹ 12 ਮਹਾਰਤਨਾ ਇੰਡੀਆ ਵਿੱਚ ਹੈਗੀਆਂ ਹਨ ਇਹਨਾਂ ਚੋਂ ਕੋਈ ਵੀ ਪੁੱਛੀ ਜਾ ਸਕਦੀ ਹੈ ਆਪਸ਼ਨਾਂ ਵਿੱਚ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਐਨਟੀਪੀਸੀ ਤੇ ਗੈਸ ਅਥਾਰਟੀ ਆਫ ਇੰਡੀਆ ਗੇਲ ਜੇ ਤੁਸੀਂ ਹੁਣ ਇਹਨੂੰ ਰਿਮਾਈਂਡ ਕਰੋ ਗੇਲ ਐਨਟੀਪੀਸੀ ਸੀਆਈਐਲ ਐਚਪੀਸੀਐਲ ਠੀਕ ਹੈ ਜੀ ਐਚਪੀਸੀਐਲ ਆਰਈਸੀ बीएचईएल ठीक है जी ਤੇ BHEL ਹੋ ਗਈ ਹੈ BHEL ਤੋਂ ਬਾਅਦ REC IOCL ONGC SAIL ਸੇਲ ਸਟੀਲ ਅਥਾਰਟੀ ਆਫ ਇੰਡੀਆ BPCL ਇਹ 12 ਮਹਾਰਤਨਾ ਹਨ ਇਹ ਮੈਂ ਤੁਹਾਨੂੰ ਯਾਦ ਕਰਾਤੀਆਂ ਹਨ ਪੇਪਰ ਵਿੱਚ ਅੱਛਾ ਸੌਰੀ ਇਹ 10 ਐਕਚੁਅਲੀ ਨਾ 12 ਹੈ ਅਗਲੇ ਪੇਜ ਤੇ ਸੀਗੀ ਉਹ ਪਾਵਰ ਫਾਈਨੈਂਸ ਕਾਰਪੋਰੇਸ਼ਨ 11th ਪਾਵਰ ਫਾਈਨੈਂਸ ਕਾਰਪੋਰੇਸ਼ਨ ਇਹ ਵੀ ਤੁਸੀਂ ਧਿਆਨ ਰੱਖਣੀ ਹੈ ਬੱਚੋ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਇਹ 12 ਹਨ ਮੈਂ ਰਿਪੀਟ ਕਰਾਤੀਆਂ ਇਹ ਤੁਸੀਂ ਮੇਰੀ ਆਵਾਜ਼ ਨੂੰ ਬਾਰ-ਬਾਰ ਰਿਪੀਟ ਕਰਕੇ ਸੁਣਨਾ ਹੈ ਤਾਂ ਕਿ ਤੁਹਾਨੂੰ ਯਾਦ ਹੋ ਜਾਣ ਕਿਸੇ ਵੀ ਆਪਸ਼ਨ 'ਚ ਇਹ ਪੁੱਛੀਆਂ ਜਾ ਸਕਦੀਆਂ ਹਨ ਓਕੇ 에ਅਰਪੋਰਟ ਅਥਾਰਟੀ ਆਫ ਇੰਡੀਆ ਇੱਕ ਮਹਾਰਤਨਾ ਨਹੀਂ ਹੈ ਇਹ ਕੁਐਸਚਨ ਪੇਪਰ ਵਿੱਚ ਪੁੱਛਿਆ ਗਿਆ ਸੀਗਾ ਨੈਕਸਟ ਵਿਚ ਇਨਸੈਕਟੀਸਾਈਡ ਇਜ਼ ਬੈਂਡ ਬਾਈ ਪੰਜਾਬ ਗਵਰਨਮੈਂਟ ਫॉर ਯੂਜ਼ ਇਨ ਐਗਰੀਕਲਚਰ ਵਿੱਚ ਇਨਸੈਕਟਾਂ ਨੂੰ ਮਾਰਨ ਵਾਸਤੇ ਛੋਟੀ ਭੂੰਡੀ ਨੂੰ ਮਾਰਨ ਵਾਸਤੇ ਇੱਕ ਪੰਜਾਬ ਗਵਰਨਮੈਂਟ ਨੇ ਇੱਕ ਇਨਸੈਕਟੀਸਾਈਡ ਨੂੰ ਬੱਚੋ ਬੰਦ ਕਰਤਾ ਹੈ ਵੀ ਇਹਦਾ ਯੂਜ਼ ਆਪਾਂ ਨਹੀਂ ਕਰ ਸਕਦੇ ਕਿਉਂਕਿ ਜਦ ਇਨਸੈਕਟੀਸਾਈਡਸ ਦਾ ਆਪਾਂ ਯੂਜ਼ ਕਰਦੇ ਆਪਾਂ ਦੇਖਦੇ ਉਹਨਾਂ ਵਾ ਉਹ ਇਨਸੈਕਟੀਸਾਈਡਸ ਦਾ ਪਲਾਂਟਸ ਤੇ ਸੋਇਲ ਦਾ ਪੋਲੂਸ਼ਨ ਹੁੰਦਾ ਹੈ ਸੋਇਲ ਦੇ ਵਿੱਚੋਂ ਇਨਸੈਕਟੀਸਾਈਡ ਕੈਮੀਕਲ ਜਾਂਦਾ ਹੈ ਸੋਇਲ ਦੇ ਰਨ ਆਫ ਦੇ ਨਾਲ ਉਹ ਫਿਰ ਪਾਣੀ ਵਿੱਚ ਕੈਮੀਕਲ ਜਾਂਦਾ ਹੈ ਤੇ ਆਪਣੇ ਪੀਣ ਵਾਲੇ ਪਾਣੀ ਦੇ ਵਿੱਚ ਵੀ ਉਹ ਕੈਮੀਕਲ ਜਾਂਦਾ ਹੈ ਤੇ ਉਹਦੇ ਨਾਲ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਵੀ ਹੁੰਦਾ ਜਿਹਦੇ ਨਾਲ ਜਾਨਵਰ ਆਦਮੀ ਸਾਰਿਆਂ ਨੂੰ ਬਿਮਾਰੀਆਂ ਵੀ ਲੱਗਦੀਆਂ ਇਨਸੈਕਟੀਸਾਈਡਸ ਆਪਾਂ ਨੂੰ ਪਤਾ ਹੈ ਕਿਹੜਾ ਹੈ ਬੱਚੋ ਉਹ ਐਂਡੋਸਲਫੇਨ ਕਿਹੜਾ ਹੈ ਬੱਚੋ ਐਂਡੋਸਲਫੇਨ ਇਹ ਬਿਲਕੁਲ ਵੀ ਨਹੀਂ ਭੁੱਲਣਾ ਹੈਗਾ ਪੰਜਾਬ ਵਿੱਚ ਇਹ ਬੈਨ ਹੈ ਇਹ ਗੱਲ ਦੀ ਤੁਸੀਂ ਮਤਲਬ ਕਿਤੇ ਵੀ ਮੇਨਸ 'ਚ ਵੀ ਯੂਜ਼ ਕਰ ਸਕਦੇ ਇੰਟਰਵਿਊ 'ਚ ਵੀ ਤੁਹਾਨੂੰ ਥਾੜ ਇਹ ਗੱਲਾਂ ਆਉਣੀਆਂ ਚਾਹੀਦੀਆਂ Next, Punjab government has brought in a new tax for income tax pay engaged in professions, trades, callings and employments in the current year budget 2018-19 ਕਿਉਂਕਿ ਬੱਚੋ 18 ਚ ਪੇਪਰ ਹੋਇਆ ਸੀਗਾ ਤਾਂ ਉੱਥੇ ਬਜਟ ਆਇਆ ਹੋਣਾ 2018 ਦਾ ਫਰਵਰੀ ਦੇ ਅਰਾਊਂਡ ਮਾਰਚ ਦੇ ਅਰਾਊਂਡ ਤੇ ਉਹ ਕੁਐਸਚਨ ਆਇਆ ਸੀਗਾ ਟੈਕਸ ਇਜ਼ ਫਿਰ ਪੰਜਾਬ ਗਵਰਨਮੈਂਟ ਨੇ ਇੱਕ ਨਵੇਂ ਟਾਈਪ ਦਾ ਟੈਕਸ ਲਾਇਆ ਹੈ ਫॉर ਇਨਕਮ ਟੈਕਸ ਪੇਜ਼ ਨਿਊ ਟੈਕਸ ਫॉर ਇਨਕਮ ਟੈਕਸ ਪੇਜ਼ engaged in professions ਪੰਜਾਬ ਗਵਰਨਮੈਂਟ ਵੱਲੋਂ ਲੈ ਕੇ ਆ ਜਿਹੜੇ ਪ੍ਰੋਫੈਸ਼ਨਸ ਚ ਪ੍ਰੋਫੈਸ਼ਨਲ ਬੰਦੇ ਹੁੰਦੇ ਹਨ ਟ੍ਰੇਡਸ ਵਿੱਚ ਹੁੰਦੇ ਹਨ ਟ੍ਰੇਡ ਮਤਲਬ ਆਪਣੀ ਦੁਕਾਨਦਾਰੀ ਜਾਂ ਟ੍ਰੇਡਿੰਗ ਜਿਹਨੂੰ ਬਿਜ਼ਨਸ ਕਹਿ ਦਿੰਦੇ ਆ ਟ੍ਰੇਡ ਕਾਲਿੰਗ ਚ ਹੁੰਦੇ ਆ ਇੰਪਲੋਇਮੈਂਟਸ ਇਨ ਕਰੰਟ ਈਅਰ ਬਜਟ ਉਹ ਕਿਹੜਾ ਟੈਕਸ ਹੈ ਬੱਚੋ ਉਹ ਹੈ ਡਿਵੈਲਪਮੈਂਟ ਟੈਕਸ obviously ਕਿਹੜਾ ਟੈਕਸ ਹੈ ਜੀ ਬੱਚੋ ਇਹ ਡਿਵੈਲਪਮੈਂਟ ਟੈਕਸ ਇਹ ਲੈ ਕੇ ਆਇਆ ਸੀਗਾ ਇਸ ਲਈ ਜਦ ਵੀ ਇਕਨੋਮਿਕ ਸਰਵੇ ਆਉਂਦਾ ਹੈ ਪੰਜਾਬ ਦਾ ਉਹਨੂੰ ਤੁਸੀਂ ਬਿਲਕੁਲ ਨਹੀਂ ਛੱਡਣਾ ਨਵਾਂ ਕੋਈ ਦੇਖੋ ਬਈ ਇੰਨਾ ਵੱਡਾ ਇਕਨੋਮੀ ਹੈ ਇੰਨੀ ਵੱਡੀ ਹੈ ਇੰਨੀਆਂ ਚੀਜ਼ਾਂ ਰੈਪੀਟੇਟਡ ਚੀਜ਼ ਜਿਹੜੀ ਨਵੀਂ ਚੀਜ਼ ਹੈ ਨਾ ਉਹ ਨਹੀਂ ਛੱਡਣੀ ਹੈਗੀ ਨਵੀਂ ਚੀਜ਼ ਨੂੰ ਬੱਚੋ ਤੁਸੀਂ ਪੈ ਜਾਣਾ ਮੈਂ ਇਹ ਤੁਹਾਨੂੰ ਦੱਸਣਾ ਚਾਹ ਰਿਹਾ ਪੁਰਾਣੀਆਂ ਚੀਜ਼ਾਂ ਪੜ੍ਹ ਕੇ ਮਜ਼ਾ ਜ਼ਰੂਰ ਆਉਂਦਾ ਹੈ ਦੇਖੋ ਪੁਰਾਣੀ ਚੀਜ਼ ਜਦ ਆਪਾਂ ਰਿਪੀਟ ਕਰਦੇ ਹਾਂ ਮਜ਼ਾ ਜ਼ਰੂਰ ਆਉਂਦਾ ਮੈਂ ਨਹੀਂ ਕਹਿੰਦਾ ਮਜ਼ਾ ਨਹੀਂ ਲੈਣਾ ਚਾਹੀਦਾ ਪਰ ਕੁਐਸਚਨ ਨਵੀਂ ਚੀਜ਼ ਤੇ ਬਣਦਾ ਹੈ ਜਿਹੜੀ ਚੀਜ਼ ਤੋਂ ਉਹਨਾਂ ਨੂੰ ਪਤਾ ਹੁੰਦਾ ਕਿ ਬੱਚਾ ਮਿਸ ਕਰੂਗਾ ਜਾਂ ਬੱਚਾ ਇੱਕ ਤਰ੍ਹਾਂ ਸਮਝਦਾ ਹੈ ਕਿ ਮੈਨੂੰ ਔਖਾ ਲੱਗ ਰਿਹਾ ਅਨਸਰਟਨ ਹੈ ਮੈਨੂੰ ਲੈ ਕੇ ਪੁਰਾਣੀ ਚੀਜ਼ ਤਾਂ ਕਿਉਂਕਿ ਉਹਦੇ ਨਾਲ ਆਪਾਂ ਕੰਫਰਟੇਬਲ ਹੋ ਜਾਂਦੇ ਹਾਂ क्वेश्चन नंबर बच्चों 105 डेवलपमेंट टैक्स ਤੁਸੀਂ ਬਿਲਕੁਲ ਯਾਦ ਰੱਖਣਾ ਹੈ क्वेश्चन नंबर 105 when a ball drop it bounces this is according to तो ਇਹਦੇ ਵਿੱਚ ਜਿਹੜੀ ਰਿਵਾਈਜ਼ਡ ਆਨਸਰ ਕੀ ਦਿੱਤੀ ਹੋਈ ਸੀ ਮੈਂ ਉਹਦੇ ਦੇਖਿਆ ਉਹਨਾਂ ਨੇ ਕੋਈ ਵੀ ਮਤਲਬ ਆਪਸ਼ਨ ਕਰੈਕਟ ਨਹੀਂ ਦਿੱਤਾ ਹੋਇਆ ਸੀ ਸਟਾਰ ਇੱਕ ਬਿੰਦੂ ਜਾਂ ਲਾ ਦਿੰਦੇ ਆ ਕਿਉਂਕਿ ਬੱਚਿਆਂ ਨੇ ਡਾਊਟ ਦੱਸੇ ਹੋਣੇ ਆ ਜੀ ਨਹੀਂ ਇਹਨਾਂ ਚ ਕੋਈ ਆਪਸ਼ਨ ਠੀਕ ਨਹੀਂ ਹੈਗਾ ਤਾਂ ਉਹ ਮੰਨਿਆ ਵੀ ਪੀਪੀਐਸਸੀ ਨੇ ਕਿ ਇਹਦੇ ਚ ਕੋਈ ਆਪਸ਼ਨ ਨਹੀਂ ਹੈ ਪਰ ਮੈਂ ਨਾਲ ਸਹੀ ਕਰਤਾ ਜਿਹੜਾ ਮੋਸਟ ਐਪਰੋਪਰੀਏਟ ਆਪਸ਼ਨ ਸੀਗਾ ਆਊਟ ਆਫ ਗਿਵਨ ਆਪਸ਼ਨ ਵਾ ਨਿਊਟਨਸ ਥਰਡ ਲਾਅ ਆਪਸ਼ਨ ਦਿੱਤੇ ਹੋਏ ਸੀਗੇ ਬੱਚੇ ਕਿਉਂਕਿ ਇਹ ਜਿਹੜੇ ਨਿਊਟਨ ਦੇ ਨਿਯਮ ਹੁੰਦੇ ਆਪਸ ਚ ਕਨੈਕਟਡ ਹੁੰਦੇ ਆ ਇਹ ਇੱਕ ਤੋਂ ਦੂਸਰਾ ਨਿਯਮ ਨਿਕਲ ਸਕਦਾ ਹੈ ਨਿਊਟਨ ਦਾ ਨਿਯਮ ਕਿਉਂਕਿ ਮੈਂ ਸਾਇੰਸ ਨਾਲ ਵੀ ਬਹੁਤ ਕਨੈਕਟਡ ਰਹੇ ਆ ਜਦ ਇੱਕ ਦੇ ਤੋਂ ਦੂਜਾ ਨਿਯਮ ਨਿਕਲ ਸਕਦਾ ਹੈ ਤਾਂ ਆਪਾਂ ਕੋਈ ਵੀ ਆਪਸ਼ਨ ਨੂੰ ਸਹੀ ਗਲਤ ਨਹੀਂ ਕਹਿ ਸਕਦੇ ਤਾਂ ਉਹਦੇ ਵਿੱਚ ਜੇ ਤੁਸੀਂ ਮੋਸਟ ਐਪਰੋਪਰੀਏਟ ਵੀ ਲੱਭਣਾ ਮੇਰੇ ਹਿਸਾਬ ਨਾਲ ਇਹ ਮੈਂ ਦੱਸ ਰਿਹਾ ਮੈਂ ਕੋਈ ਪੀਪੀਐਸਸੀ ਨਹੀਂ ਹੈਗਾ ਪਰ ਮੈਂ ਤੁਹਾਡੀ ਮਦਦ ਵਾਸਤੇ ਦੱਸ ਰਿਹਾ ਨਿਊਟਨ ਦਾ ਤੀਸਰਾ ਨਿਯਮ every action has a reaction equal and opposite to it and this action and reaction is on different bodies
मैं जल्दी जल्दी बोलता है ना, ਤੁਹਾਨੂੰ याद करन ਦੀ ਲੋੜ है। ਤੁਹਾਨੂੰ ਤਾਂ ਇਹ ਪਤਾ ਵੀ ਜਿਹੜੀ ਬੋਲ ਟਪ 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 ਕਰਦੀ ਹੈ ਜਦੋਂ ਥੱਲੇ ਵੱਜਦੀ ਹੈ ਤਾਂ ਨਿਊਟਨ ਦਾ ਤੀਸਰਾ ਨਿਯਮ ਲੱਗਦਾ, ਨਿਊਟਨ ਸਾਹਿਬ ਦਾ ਤੀਸਰਾ ਨਿਯਮ। ਠੀਕ ਹੈ ਜੀ। अगला 106 नंबर सवाल बच्चों, द हाइड्रोलिक ब्रेक यूज्ड इन द ऑटोमोबाइल इज अ डायरेक्ट एप्लीकेशन ऑफ, ਜਿਹੜੇ ਹਾਈਡ੍ਰੋਲਿਕ ਬ੍ਰੇਕ ਲੱਗਦੇ ਆ ਉਹ ਪਾਸਕਲ ਲਾਅ ਦੇ ਨਾਲ ਲੱਗਦੇ ਆ, ਤੁਸੀਂ ਜਮਾ ਨਹੀਂ ਭੁੱਲਣੇ ਹੈ। ਪਾਸਕਲ ਲਾਅ ਹਾਈਡ੍ਰੋਲਿਕ ਬ੍ਰੇਕਾਂ ਹੁੰਦੀਆਂ ਹੈ, ਪਾਸਕਲ ਲਾਅ ਹਾਈਡ੍ਰੋਲਿਕ ਬ੍ਰੇਕਸ ਕਿਹਦੇ ਵਿੱਚ ਹੁੰਦੇ ਆ, ਆਟੋਮੋਬਾਈਲਸ ਹੁੰਦੇ, ਕਈ ਗੱਡੀਆਂ 'ਚ ਲੱਗੇ ਹੁੰਦੇ ਆ। ਪਾਸਕਲ ਲਾਅ ਇਹ ਸਾਇੰਸ ਦਾ ਕਨਸੈਪਟ ਹੈ, ਸਾਇੰਸ ਦੇ ਕਨਸੈਪਟ ਨੂੰ ਨਹੀਂ ਆਪਾਂ ਜ਼ਿਆਦਾ ਹੁਣ ਸਮਝ ਸਕਦੇ, ਆਪਣੇ ਕੋਲ ਟਾਈਮ ਵੀ ਘੱਟ ਹੈ, ਤੁਸੀਂ ਡਾਇਰੈਕਟਲੀ ਯਾਦ ਰੱਖਣਾ ਹੈ। ਫੇਵਰੇਟ ਟਾਈਪ ਦੇ ਉਹਨਾਂ ਦੇ ਕੁਝ ਕੁਐਸਚਨਸ ਹੈ, ਬਾਰ-ਬਾਰ ਆਉਂਦੇ ਆ। velocity of sound in air does not depend on, ਜਿਹੜੀ ਸਾਊਂਡ ਦੀ ਵੈਲੋਸਿਟੀ ਹੈ, ਸਾਊਂਡ ਦੀ ਰਫ਼ਤਾਰ ਹੈ, ਸਾਊਂਡ ਕਿੰਨੀ ਤੇਜ਼ ਤੁਰਦੀ ਹੈ ਇੱਕ ਪਾਸੇ ਦੂਜੇ ਪਾਸੇ, ਆਪਾਂ ਨੂੰ ਪਤਾ ਹੈ ਸਾਊਂਡ ਹੈ 330 ਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਤੁਰਦੀ ਹੈ। ਮਤਲਬ ਹਵਾ ਵਿੱਚ ਜੇ ਕੋਈ ਬੰਦਾ ਚੀਕ ਮਾਰ ਦੇਵੇ ਜ਼ੋਰ ਦੀ ਤਾਂ ਉਹ 1 ਸੈਕਿੰਡ ਦੇ ਵਿੱਚ ਜਿਹੜੀ ਚੀਕ ਹੈ ਬੱਚੋ 330 ਮੀਟਰ ਤੱਕ ਚੱਲ ਜਾਂਦੀ ਹੈ। ਇਨ 에ਅਰ ਇਹ ਜਿਹੜੀ ਸਾਊਂਡ ਦੀ ਵੈਲੋਸਿਟੀ ਹੈ ਇਹ 에ਅਰ ਵਿੱਚ, ਹਵਾ ਵਿੱਚ ਕਿਸ ਚੀਜ਼ ਤੇ ਡਿਪੈਂਡ ਨਹੀਂ ਕਰਦੀ ਹੈ। ਇਹ ਕੁਐਸਚਨ ਪੇਪਰ ਵਿੱਚ ਬੱਚੋ ਆਇਆ ਸੀਗਾ। ਜਿਹੜਾ ਪ੍ਰੈਸ਼ਰ ਆਫ 에ਅਰ ਹੈ ਨਾ ਵੀ 에ਅਰ ਪ੍ਰੈਸ਼ਰ ਕਿੰਨਾ ਹੈ ਇਹਦੇ ਉੱਤੇ ਬੱਚੋ ਇਹ ਡਿਪੈਂਡ ਨਹੀਂ ਕਰਦੀ ਹੈਗੀ। ਠੀਕ ਹੈ ਜੀ। ਤੋ ਬਟ ਵੈਲੋਸਿਟੀ ਆਫ ਸਾਊਂਡ ਡਸ ਡਿਪੈਂਡ ਔਨ ਡੈਂਸਿਟੀ, ਘਣਤ ਕਿੰਨਾ ਹੈ ਹਵਾ ਦਾ, ਹਵਾ ਮੋਟੀ ਪਤਲੀ ਕਿੰਨੀ ਹੋਈ ਹੈ। ਸਰਦੀਆਂ ਵਿੱਚ ਜਿਹੜੀ ਹਵਾ ਹੁੰਦੀ ਹੈ ਉਹਦਾ ਘਣਤ ਘਟਦਾ ਜ਼ਿਆਦਾ ਜਾਂ ਘੱਟ ਜਾਂ ਜ਼ਿਆਦਾ ਹੋ ਜਾਂਦਾ ਹੈ। ਵੈਸੇ ਸਰਦੀਆਂ ਵਿੱਚ ਸੋਚਣ ਨੂੰ ਬੱਚੋ ਉਲਟਾ ਲੱਗਦਾ ਹੈ, ਜਿਹੜਾ ਹਵਾ ਦਾ ਘਣਤ ਹੁੰਦਾ ਹੈ ਸਰਦੀਆਂ ਵਿੱਚ ਉਹ ਘਟ ਜਾਂਦਾ ਹੈ, ਉਹ ਘਟ ਜਾਂਦਾ, ਲੱਗਦਾ ਤਾਂ ਐ ਆ ਵੀ ਭਾਰੀ ਹੈ, ਨਹੀਂ ਨਹੀਂ ਨਹੀਂ, ਉਹ ਪਾਣੀ ਦੇ ਕਣ ਹੁੰਦੇ ਆ, H2O ਦੇ ਕਣ ਹੁੰਦੇ ਆ। ਵੈਸੇ ਹਵਾ ਵਿੱਚ ਜਿਹੜੀ ਹੁੰਦੀ ਹੈ N2 ਇਹ ਸਾਰੇ ਹੁੰਦੇ ਆ। ਤਾਂ ਘਣਤ ਹੈ ਜਿਹੜਾ ਹਵਾ ਦਾ ਘਟਦਾ ਵੱਧਦਾ ਰਹਿੰਦਾ ਹੈ। ਜੇ ਪਾਣੀ ਵਿੱਚ ਉਮਸ ਆ ਜਾਵੇ ਘਟਦੀ ਵੱਧਦੀ, ਉਹਦੇ ਨਾਲ ਵੈਲੋਸਿਟੀ ਵੀ ਬਦਲਦੀ ਹੈ। ਟੈਂਪਰੇਚਰ ਗਰਮੀ ਸਰਦੀ ਨਾਲ ਹਵਾ 'ਚ ਵੈਲੋਸਿਟੀ ਦਾ ਘਾਟਾ ਵਾਧਾ ਹੁੰਦਾ ਹੈ। ਹਿਊਮਿਡਿਟੀ ਤਾਂ ਮੈਂ ਤੁਹਾਨੂੰ ਦੱਸਿਆ ਹੀ, ਹਿਊਮਿਡਿਟੀ ਨੂੰ ਬੱਚੋ ਤੁਸੀਂ ਘਣਤ ਨਾਲ ਹੀ ਰਿਲੇਟ ਕਰ ਸਕਦੇ ਹੋ। ਜੇ ਪਾਣੀ ਆਉਂਦਾ ਨਾ ਜਦ ਹਵਾ ਦੇ ਵਿੱਚ, ਉਹਦੇ ਨਾਲ ਪਾਣੀ ਦਾ ਜਿਹੜੀ ਹਵਾ ਦਾ ਘਣਤ ਉੱਪਰ ਥੱਲੇ ਹੁੰਦਾ ਹੈ। ਤਾਂ ਬੇਸਿਕਲੀ ਦੋ ਗੱਲਾਂ, ਘਣਤ ਤੇ ਟੈਂਪਰੇਚਰ, ਘਣਤ ਤੇ ਟੈਂਪਰੇਚਰ, ਪ੍ਰੈਸ਼ਰ ਤੇ ਨਹੀਂ ਬੱਚੋ ਜੀ ਡਿਪੈਂਡ ਕਰਦਾ। ਇਹ ਗੱਲ ਯਾਦ ਰੱਖਣੀ ਹੈ, ਪੇਪਰ 'ਚ ਸਵਾਲ ਆਇਆ ਹੋਇਆ ਸੀ ਸਾਇੰਸ ਦੇ ਸਵਾਲ ਬੱਚੋ। ਜੇ ਤੁਹਾਨੂੰ ਗੱਲ ਪਤਾ ਹੈ ਤਾੜ ਤੁਸੀਂ ਆਨਸਰ ਮਾਰਿਆ, ਨਹੀਂ ਤਾਂ ਤੁਹਾਨੂੰ 1 ਨੰਬਰ ਮਿਲਿਆ ਨਹੀਂ ਹੈਗਾ। ਦੂਜੇ ਸਵਾਲੇ ਤਾਂ ਫੇਰ ਵੀ ਬੰਦਾ ਉੱਪਰ ਥੱਲੇ ਕਰ ਸਕਦਾ ਹੈ। ਸਾਇੰਸ ਦਾ ਤਾਂ ਬਿਲਕੁਲ ਸਟੀਕ ਹੈ, ਆਂਦਾ ਹੈ ਤਾਂ ਆਂਦਾ ਹੈ, ਨਹੀਂ ਤਾਂ ਨਹੀਂ ਹੈ। ਫਿਰ ਉਹ ਜਦ ਆਂਦਾ ਤਾਂ ਪੂਰੇ ਨੰਬਰ। ਵਾਟ ਹੈਪਨਸ ਵੈਨ ਏ ਲਾਈਟ ਟਰੈਵਲਸ ਫਰੋਮ 에ਅਰ ਟੂ ਗੈਸ, ਜਿਹੜੀ ਲਾਈਟ ਹੈ ਜੇ 에ਅਰ ਵਿੱਚੋਂ ਗਲਾਸ ਵਿੱਚ ਚਲ ਜਾਂਦੀ ਹੈ, ਹਵਾ ਚੋਂ ਲਾਈਟ ਟਰੈਵਲ ਕਰਦੀ ਕਰਦੀ, ਜਿਹੜਾ ਲਾਈਟ ਹੈ, ਲਾਈਟ ਰੋਸ਼ਨੀ ਹੈ, ਜਿਹੜਾ ਚਾਨਣ ਹੈ, ਜੇ ਹਵਾ ਤੋਂ ਵਿੱਚੋਂ ਗਲਾਸ ਵਿੱਚ, ਸ਼ੀਸ਼ੇ ਦੇ ਵਿੱਚ ਜਦ ਚਾਨਣ ਵੜਦਾ ਹੈ ਤਾਂ ਕੀ ਹੁੰਦਾ ਹੈ, ਲਾਈਟ ਨੂੰ ਹੁੰਦਾ ਕੀ ਹੈ। ਤੇ ਲਾਈਟ ਹੈ ਬੱਚੋ ਬੈਂਡ ਕਰਦੀ ਹੈ ਨੋਰਮਲ ਦੇ ਵੱਲ। ਨੋਰਮਲ ਲਾਈਨ ਇੱਕ ਵਿੱਚੋਂ ਆਪਾਂ ਖਿੱਚਦੇ ਹੁੰਦੇ ਆ, ਆਪਾਂ ਕਿਤਾਬਾਂ 'ਚ ਪੜ੍ਹਦੇ, ਆਪਟਿਕਸ ਦੀ ਕਿਤਾਬਾਂ 'ਚ ਹੁੰਦੀ ਹੈ। ਜਿੱਥੇ ਵੀ ਲਾਈਟ ਜਦ, ਤੁਸੀਂ ਕੀ ਯਾਦ ਰੱਖਣਾ ਹੈ, ਇਟ ਬੈਂਡਸ ਟੂਵਰਡਸ, ਇੱਕ ਬੈਂਡ ਅਵੇ ਹੁੰਦਾ ਹੈ, ਇੱਕ ਬੈਂਡ ਟੂਵਰਡਸ ਹੁੰਦਾ ਹੈ। ਤਾਂ ਬੈਂਡ ਅਵੇ ਨਹੀਂ ਇੱਥੇ ਕਹਿਣਾ ਹੈਗਾ, ਤੁਸੀਂ ਕਈ ਜਗ੍ਹਾ ਉਲਟਾ ਵੀ ਆਪਸ਼ਨ ਉਹਨਾਂ ਨੇ ਬਣਾਇਆ ਹੋਗਾ, ਟੂਵਰਡਸ। ਨਾਰਮਲ ਲਾਈਨ ਨਹੀਂ ਕਈ ਵਾਰ ਸਮਝ ਲੱਗਦੀ, ਨਾਰਮਲ ਲਾਈਨ ਦਾ ਮਤਲਬ ਹੁੰਦਾ ਕਿ 90 ਡਿਗਰੀ ਦੀ ਲਾਈਨ, ਜਿੱਥੇ ਲਾਈਟ ਹਵਾ ਚੋਂ ਸ਼ੀਸ਼ੇ ਵਿੱਚ ਬੜੀ ਹੈ ਉੱਥੇ ਇੱਕ ਆਪਾਂ 90 ਡਿਗਰੀ ਦੀ ਲਾਈਨ ਦਿਮਾਗ 'ਚ ਸੋਚਦੇ ਆ ਵੀ ਕਿ ਕੋਈ ਉੱਦਾਂ ਦੀ ਉੱਥੇ ਲਾਈਨ ਬਣੀ ਹੋਈ ਹੈ, ਉਹ ਲਾਈਨ ਦੇ ਵਾਲ ਲਾਈਟ ਬੈਂਡ ਕਰਦੀ ਹੈ, ਉਹ ਲਾਈਨ ਦੇ ਵਾਲ। ਠੀਕ ਹੈ ਜੀ। ਤਾਂ 에ਅਰ ਟੂ ਗਲਾਸ। ਅਗਲੀ ਗੱਲ 109ਵਾਂ ਸਵਾਲ, ਵਿਚ ਪ੍ਰਿੰਸੀਪਲ ਯੂਜ਼ਡ ਇਨ ਏ ਮੈਡੀਕਲ ਪ੍ਰੋਸੀਜਰ ਨੇਮਡ ਐਂਡੋਸਕੋਪੀ। ਬੱਚੋ ਐਂਡੋਸਕੋਪੀ ਪਤਾ ਹੈ ਆਪਣੇ, ਇੱਕ ਨਾਲੀ ਪਾਈ ਜਾਂਦੀ ਹੈ ਤੇ ਉਹਦੇ ਵਿੱਚੋਂ ਅੰਦਰ ਜਿਹੜੇ ਸਰੀਰ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ, ਟਿਸ਼ੂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ, ਟਿਸ਼ੂਆਂ ਦੇ ਵਿੱਚ ਜਿੱਥੇ ਜਿੱਥੇ ਦਿੱਕਤ ਹੈ, ਜੇ ਕੋਈ ਪ੍ਰੋਬਲਮ ਹੈ, ਬਲੋਕੇਜ ਵੀ ਕਈ ਵਾਰ ਦੇਖੀ ਜਾਂਦੀ ਹੈ। ਇਹਦੇ 'ਚ ਕਿਹੜੇ ਕਨਸੈਪਟ ਦਾ ਆਪਾਂ ਯੂਜ਼ ਕਰਦੇ ਹਾਂ, ਟੋਟਲ ਇੰਟਰਨਲ ਰਿਫਲੈਕਸ਼ਨ, TIR, ਐਂਡੋਸਕੋਪੀ TIR। 110 ਨੰਬਰ ਸਵਾਲ ਬੱਚੋ, ਦੀ ਹਾਫ ਲਾਈਫ ਆਫ ਏ ਰੇਡੀਓ ਐਕਟਿਵ ਮਟੀਰੀਅਲ ਇਜ਼ 70 ਦਿਨ। ਹਾਫ ਲਾਈਫ ਹੈ ਨਾ ਜਿਹੜਾ ਰੇਡੀਓ ਐਕਟਿਵ ਮਟੀਰੀਅਲ ਹੈ ਬੱਚੋ, ਇਹਦਾ ਕਿੰਨਾ ਹੈ, 70 ਦਿਨ ਹੈ। ਅੱਧੇ ਮਤਲਬ ਕੀ ਕਰਦੀ ਹੈ ਇਹ, 70 ਦਿਨਾਂ ਦੇ ਵਿੱਚ ਹੈ ਜਿਹੜਾ ਇਹ ਰੇਡੀਓ ਐਕਟਿਵ ਮਟੀਰੀਅਲ ਹੈ ਅੱਧਾ ਹੋ ਜਾਂਦਾ ਹੈ। ਰੇਡੀਓ ਐਕਟਿਵ ਮਟੀਰੀਅਲ ਇਹੋ ਜਿਹਾ ਹੁੰਦਾ ਜਿਹੜੇ ਰੇਡੀਓ ਐਕਟੀਵਿਟੀ, ਰੇਡੀਓ ਵੇਵਜ਼ ਬਾਹਰ ਨੂੰ ਛੱਡਦਾ, ਖਤਰਨਾਕ ਕਿਰਨਾਂ ਬਾਹਰ ਨੂੰ ਛੱਡਦਾ ਤੇ ਮਟੀਰੀਅਲ ਆਪ ਖਤਮ ਹੋਈ ਜਾਂਦਾ ਹੈ। ਆਪਾਂ ਨੂੰ ਪਤਾ ਹੈ ਵੀ ਰੇਡੀਓ ਐਕਟਿਵ ਵੇਵ ਜਿੱਥੇ ਵੀ ਹੋਣ ਉੱਥੇ ਬੰਦੇ ਨੂੰ ਨਹੀਂ ਜਾਣਾ ਚਾਹੀਦਾ। ਈਵਨ ਇਹ ਰੇਡੀਓ ਐਕਟਿਵ ਜਿਹੜਾ ਮਟੀਰੀਅਲ ਹੈ ਆਪੇ ਕਿਰਨਾਂ ਛੱਡ ਛੱਡ ਕੇ ਖਤਮ ਹੋਈ ਜਾਂਦਾ ਹੈ। ਐਕਸਰੇਜ਼ ਵੀ ਜਿਵੇਂ ਰੇਡੀਓ ਐਕਟਿਵ ਵੇਵਜ਼ ਹੁੰਦੀਆਂ, ਤੇ ਕਈ ਇਹੋ ਜਿਹੇ ਅਣੂ ਹੁੰਦੇ ਆ, ਐਟਮ ਹੁੰਦੇ ਆ ਜਿਹੜੇ ਰੇਡੀਓ ਐਕਟਿਵ ਵੇਵਾਂ ਛੱਡਦੇ ਆ ਬਾਹਰ ਨੂੰ, ਰੇਡੀਓ ਐਕਟਿਵ ਕਿਰਨਾਂ ਬਾਹਰ ਨੂੰ ਛੱਡਦੇ ਆ। ਇਹ ਕਈ ਜਿਹੜੇ ਰੇਡੀਓ ਐਕਟਿਵ ਮਟੀਰੀਅਲ ਹੈ, ਮੰਨ ਲਓ ਕਿਸੇ ਦੀ ਹਾਫ ਲਾਈਫ 70 ਦਿਨ 'ਚ ਹੈ, 2 ਗ੍ਰਾਮ ਦਾ 70 ਦਿਨ 'ਚ 1 ਗ੍ਰਾਮ ਰਹਿ ਜਾਊਗਾ ਤੇ ਬਾਹਰ ਨੂੰ ਕਿਰਨਾਂ ਛੱਡ ਦੂਗਾ। 1 ਗ੍ਰਾਮ ਆਫ ਸੇਮ ਸਬਸਟਾਂਸ ਵਿਲ ਬਿਕਮ 0.25 ਗ੍ਰਾਮ। ਉਹ ਜਿਹੜਾ ਸੇਮ ਸਬਸਟਾਂਸ ਹੈ 1 ਗ੍ਰਾਮ 0.25 ਗ੍ਰਾਮ ਬਣ ਜਾਂਦਾ ਬੱਚੋ। 1/4 ਕਿੰਨੇ ਦਿਨਾਂ 'ਚ ਰਹਿ ਜਾਊਗਾ ਬੱਚੋ, ਜਿਹੜਾ 1 ਦਾ ਅੱਧਾ ਬਣਨਾ ਹੈ 70 ਦਿਨ, ਅੱਧੇ ਦਾ 1/4,
ਫੇਰ ਅੱਧਾ ਹੋ ਜਾਣਾ, ਮਤਲਬ 70 ਦਿਨ ਉਹਨੂੰ ਹੋਰ ਚਾਹੀਦੇ ਆ, ਮਤਲਬ ਅੱਧੇ ਹੋਣ ਨੂੰ ਉਹਨੂੰ 70 ਦਿਨ ਚਾਹੀਦੇ ਆ, ਜੇ 1/4 ਹੋਣ ਨੂੰ ਉਹਨੂੰ 140 ਦਿਨ ਚਾਹੀਦੇ ਆ, ਮਤਲਬ ਪਹਿਲਾਂ 1 to half ਪੂਰੇ ਸੇਬ ਨੂੰ ਅੱਧੇ ਕੱਟਣ ਵਿੱਚ 70 ਦਿਨ, ਅੱਧੇ ਸੇਬ ਨੂੰ ਹੋਰ ਅੱਧਾ ਕੱਢ ਕੇ 1/4 ਕਰਨ ਨੂੰ ਫੇਰ 70 ਦਿਨ ਚਾਹੀਦੇ ਆ, ਤਾਂ 140 ਦਿਨ ਬੱਚੋ। ਠੀਕ ਹੈ, ਨੈਕਸਟ ਗੱਲ ਹੈ 111 ਨੰਬਰ ਸਵਾਲ ਬੱਚੋ। 111 ਨੰਬਰ, ਆਇਓਡਾਈਡ ਸਾਲਟ ਇਜ਼ ਏ, ਜਿਹੜਾ ਆਇਓਡਾਈਡ ਸਾਲਟ ਹੁੰਦਾ ਹੈ, ਇਹ ਜਿਹੜਾ ਸਾਲਟ ਹੁੰਦਾ ਹੈ ਇਹ ਕੀ ਹੁੰਦਾ ਹੈ, ਕਿਹੜੀ ਕਿਹੜੀ ਚੀਜ਼ ਹੁੰਦੀ ਹੈ, ਤਾਂ ਆਪਾਂ ਕਹਿੰਦੇ ਆਇਓਡੀਨ ਦਾ ਸਾਲਟ ਹੈ ਇਹ ਬੱਚੋ, ਮਿਕਸਚਰ ਆਫ ਪੋਟੈਸ਼ੀਅਮ ਆਇਓਡਾਈਡ ਤੇ ਕਾਮਨ ਸਾਲਟ ਹੁੰਦਾ ਹੈ। ਕਾਮਨ ਸਾਲਟ ਸਿੰਪਲ NaCl ਤੇ ਪੋਟੈਸ਼ੀਅਮ ਆਇਓਡਾਈਡ ਵੀ ਹੁੰਦਾ। ਕਈ ਵਾਰ ਆਪਾਂ ਦੇਖਦੇ ਆ ਬੋਡੀ ਵਿੱਚ ਪੋਟੈਸ਼ੀਅਮ ਘਟ ਗਿਆ ਜੀ, ਤੁਹਾਡੇ ਦਿਲ ਦੀਆਂ ਧੜਕਣਾਂ ਉੱਪਰ ਨੀਚੇ ਹੋ ਗਈਆਂ, ਤੇ ਡਾਕਟਰ ਕਹਿੰਦੇ ਆ ਭਾਈ ਸਾਹਿਬ ਤੁਸੀਂ ਨੂਣ ਖਾਇਆ ਕਰੋ। ਨੂਣ ਨਾਲ ਕੱਲਾ ਸੋਡੀਅਮ ਨਹੀਂ ਮਿਲਦਾ, ਪੋਟੈਸ਼ੀਅਮ ਵੀ ਮਿਲਦਾ। ਪੋਟੈਸ਼ੀਅਮ ਵੀ ਕਿਹੜਾ ਹੁੰਦਾ, ਪੋਟੈਸ਼ੀਅਮ ਆਇਓਡਾਈਡ। ਠੀਕ ਹੈ ਜੀ, ਨੂਣ ਦੇਖੋ ਕਈ ਪੋਟੈਸ਼ੀਅਮ ਮਿਲਿਆ, ਆਇਓਡੀਨ ਮਿਲਦਾ ਆਪਾਂ ਨੂੰ ਉਹਦੇ ਚੋਂ, ਤੇ NaCl ਕਾਮਨ ਸਾਲਟ ਦਾ ਮਤਲਬ ਹੁੰਦਾ ਸੋਡੀਅਮ। ਤਾਂ ਤਿੰਨ ਚੀਜ਼ਾਂ ਸਾਨੂੰ ਮਿਲਦੀਆਂ, ਇੱਕ ਤਾਂ ਪੋਟੈਸ਼ੀਅਮ, ਇੱਕ ਆਇਓਡੀਨ, ਇੱਕ ਕਾਮਨ ਸਾਲਟ। ਤਾਂ ਚਿੱਟੇ ਨੂਣ ਵਿੱਚ ਤਿੰਨ ਚੀਜ਼ਾਂ ਹੁੰਦੀਆਂ। ਆ ਪੋਟੈਸ਼ੀਅਮ ਆਇਓਡਾਈਡ ਆਪਾਂ ਨੂੰ ਯਾਦ ਨਹੀਂ ਰਹਿੰਦਾ, ਤੁਸੀਂ ਯਾਦ ਰੱਖਣਾ ਹੈ। ਵੈਨੀਗਰ ਇਜ਼ ਏ ਸੋਲੂਸ਼ਨ ਆਫ, ਬੱਚੋ ਜਿਹੜਾ ਵੈਨੀਗਰ ਹੈ ਕਿ ਇਹਦੇ ਵਿੱਚ ਇੱਕ ਵੈਨੀਗਰ ਆਪਾਂ ਨੂੰ ਪਤਾ ਸਿਰਕਾ, ਉਹ ਕਿਹੜੀ ਚੀਜ਼ ਦਾ ਸੋਲੂਸ਼ਨ ਹੁੰਦਾ ਹੈ, ਉਹਦੇ ਚੋਂ 5 ਤੋਂ 20% ਐਸਿਡਿਕ ਐਸਿਡ ਹੁੰਦਾ ਪਾਣੀ ਵਿੱਚ ਮਿਲਾਇਆ ਹੋਇਆ, ਐਸਿਟਿਕ ਐਸਿਡ। ਇਹ ਭੁੱਲਣਾ ਨਹੀਂ ਹੈਗਾ, 12ਵੀਂ ਦੇ ਕੈਮਿਸਟਰੀ ਦੇ ਫੰਡੇ ਆ ਇਹ। ਐਸਿਟਿਕ ਐਸਿਡ ਹੈ, ਆਪਾਂ ਇਹਨਾਂ ਦੇ ਫਾਰਮੂਲੇ ਨਹੀਂ ਯਾਦ ਕਰਨੇ, ਬਸ ਤੁਸੀਂ ਇਹ ਸਿੱਧੀਆਂ ਗੱਲਾਂ ਯਾਦ ਰੱਖਣੀਆਂ। ਐਸਿਟਿਕ ਐਸਿਡ ਆਂਦੇ ਰਹਿੰਦੇ ਆ ਘੁੰਮ ਫਿਰ ਕੇ, ਬੰਦਾ ਇੰਨੀ ਡੈਂਸਿਟੀ 'ਚ ਨਹੀਂ ਜਾ ਸਕਦਾ, ਮੋਟੀ ਮੋਟੀ ਗੱਲ ਜ਼ਰੂਰ ਪੜ ਸਕਦਾ ਹੈ ਕਿ ਐਸਿਡਿਕ ਹੁੰਦਾ, ਕੋਈ ਚੀਜ਼ ਬੇਸਿਕ ਹੁੰਦੀ ਹੈ। ਐਸਿਡਿਕ ਚੀਜ਼ ਜਿਹੜੀ ਵੀ ਹੁੰਦੀ ਹੈ ਉਹ ਲਿਟਮਸ ਪੇਪਰ ਨੂੰ ਲਾਲ ਕਰ ਦਿੰਦੀ ਹੈ, ਇਹ ਗੱਲਾਂ ਤਾਂ ਠੀਕ ਹੈ। ਠੀਕ ਹੈ, ਇਹ ਵੈਨੀਗਰ ਬਹੁਤ ਹੀ ਕਾਮਨ ਇੱਕ ਘਰ ਦਾ ਪ੍ਰੋਡਕਟ ਹੈ, ਇਹ ਐਵਰੀਡੇ ਕੈਮਿਸਟਰੀ ਹੈ, ਤਾਂ ਇਹ ਕੁਐਸਚਨ ਉਹਨਾਂ ਨੇ ਪੁੱਛਿਆ ਹੋਇਆ। ਅਗਲਾ, ਲਿਟਮਸ ਇਜ਼ obtained from, ਬਾਈ ਲਿਟਮਸ ਦਾ ਇੱਕ ਪੇਪਰ ਹੁੰਦਾ ਹੈ, ਜੇ ਕਿਸੇ ਚੀਜ਼ ਦੀ ਐਸਿਡਿਕ ਹੈ ਕਿ ਬੇਸਿਕ ਹੈ ਚੈੱਕ ਕਰਨ ਵਾਸਤੇ ਆਪਾਂ ਦੇਖਦੇ ਹਾਂ ਲਿਟਮਸ ਇਜ਼ obtained from, ਕਿਹੜੀ ਚੀਜ਼ ਤੋਂ ਲਿਟਮਸ ਲਿੱਤਾ ਜਾਂਦਾ ਹੈ, ਲੀਚਨ। ਲੀਚਨ ਹੁੰਦੇ ਨੇ ਛੋਟੇ ਛੋਟੇ ਨਾ, ਇਹ ਪਲਾਂਟ ਇਹ ਲਾ ਲਓ ਤੁਸੀਂ, ਕਾਈ ਜੀ ਹੁੰਦੀ ਹੈ, ਇਹ ਕਾਈ ਹੈ ਨਾ ਜਿਹੜੀ ਲੱਗੀ ਹੁੰਦੀ ਹੈ, ਇਹ ਕਾਈ ਨਾਲ ਇਹ ਪੇਪਰ ਇੱਕ ਲਿਟਮਸ ਬਣਾਇਆ ਜਾਂਦਾ, ਜਿਹੜਾ ਕਿਸੇ ਚੀਜ਼ ਦੀ ਐਸਿਡਿਟੀ ਚੈੱਕ ਕਰਦਾ ਵੀ ਇਹਦੇ ਵਿੱਚ ਐਸਿਡ ਹੈਗਾ ਕਿ ਨਹੀਂ ਹੋਗਾ, ਉਹਨੂੰ ਲਿਟਮਸ ਟੈਸਟ ਵੀ ਕਹਿੰਦੇ। ਅੰਗਰੇਜ਼ੀ ਦਾ ਵੀ ਇੱਕ ਟਰਮ ਹੁੰਦਾ ਲਿਟਮਸ ਟੈਸਟ। ਠੀਕ ਹੈ ਜੀ, ਤਾਂ ਲਿਟਮਸ ਇੱਕ ਐਸਿਡ ਤੇ ਬੇਸ ਨੂੰ ਚੈੱਕ ਕਰਨੇ ਵਾਲਾ ਕਾਗਜ਼ ਹੁੰਦਾ, ਉਹ ਕਾਗਜ਼ ਦੇ ਉੱਤੇ ਜਿਹੜਾ ਹੁੰਦਾ ਹੈ ਆ ਲੀਚੇਨ ਤੋਂ ਬਣਾਇਆ ਹੋਇਆ ਇੱਕ ਪੇਸਟ ਲਿਪਿਆ ਹੁੰਦਾ, ਤੁਸੀਂ ਇਹ ਸਮਝਣਾ ਲੀਚੇਨ ਤੋਂ ਬਣਦਾ ਬੱਚੋ। ਇਨ ਐਨ undamaged blood vessel, conversion of prothrombin to thrombin is prevented by, ਇਹ ਬਾਇਓ ਦਾ ਕੁਐਸਚਨ ਹੋ ਗਿਆ। prothrombin to thrombin ਹੈ ਇਹ ਬੱਚੋ, ਇਹ ਕੌਣ ਪ੍ਰੀਵੈਂਟ ਕਰਦਾ ਹੈ, ਇਸ ਪ੍ਰੀਵੈਂਟਡ ਬਾय heparin। ਇਹ ਇੱਕ ਇਹ ਅਨਡੈਮੇਜਡ ਕੋਈ ਬਲੱਡ ਵੈਸਲ ਹੈ, ਕਨਵਰਜਨ ਆਫ prothrombin to thrombin, ਇਹ ਸਾਡੇ ਬਲੱਡ ਦੇ ਵਿੱਚ, ਇਹ ਜਿੱਦਾਂ ਸਾਡੇ ਬਲੱਡ ਦੇ ਵਿੱਚ ਹੈਮੋਗਲੋਬਿਨਸ ਹੁੰਦੇ ਆ, ਪ੍ਰੋਟੀਨਸ ਹੁੰਦੇ ਆ ਅਲੱਗ ਅਲੱਗ ਟਾਈਪ ਦੇ, ਉਸੇ ਤਰੀਕੇ ਨਾਲ ਸਾਡੇ ਬਲੱਡ ਦੇ ਵਿੱਚ prothrombin to thrombin ਹੈ ਉਹ ਨਾ ਬਣੇ, ਉਹ ਕੌਣ ਪ੍ਰੀਵੈਂਟ ਕਰਦਾ ਹੈ, heparin। heparin ਵੀ ਸਾਡੇ ਬਲੱਡ ਦੇ ਵਿੱਚ ਹੀ ਹੁੰਦਾ ਹੈ। 115 ਨੰਬਰ ਬੱਚੋ, ਦ ਵਿਰਜਨ ਆਫ ਰੌਕਸ, ਦ ਵਿਰਜਨ ਆਫ ਰੌਕਸ ਇਜ਼ ਦਾ ਮਾਸਟਰਪੀਸ ਆਫ ਵਿਚ ਪੇਂਟਰ, ਇਹ ਕਿਹੜੇ ਪੇਂਟਰ ਨੇ ਬੱਚੋ ਬਣਾਇਆ ਹੈ, ਲਿਨਾਰਡੋ ਡਾ ਵਿੰਸੀ। ਤੁਸੀਂ ਯਾਦ ਰੱਖਣਾ, ਬੜਾ ਫੇਮਸ ਹੈ ਇਹ ਤਾਂ ਲਿਨਾਰਡੋ ਡਾ ਵਿੰਸੀ, ਵਿਰਜਨ ਆਫ ਰੌਕਸ, ਇਹਨੇ ਇਹ ਮਾਸਟਰਪੀਸ ਪੇਂਟ ਕੀਤਾ ਹੋਇਆ ਹੈ। ਇਹ ਬੱਚੋ ਕਦੀ ਨਹੀਂ ਭੁੱਲਣ, ਦੇਖੋ ਪੁੱਛੇ ਹੋਏ ਆ, ਹੈਗੇ ਤਾਂ ਫੈਕਚੁਅਲ ਸਵਾਲ ਹੈ ਪਰ ਇਹ PPSC ਲੈਵਲ ਦੇ ਵੀ ਪੇਪਰ 'ਚ ਪੁੱਛੇ ਜਾਂਦੇ ਆ। ਆਪਾਂ ਜਿੰਨਾ ਹੀ ਕਹੀ ਜਾਈਏ ਕਿ ਕਨਸੈਪਟ ਵੀ ਇੰਪੋਰਟੈਂਟ ਹਨ, ਪਰ ਕਈ ਕੁਐਸਚਨ ਹੁਣ ਇਹਦੇ 'ਚ ਕੀ ਕਨਸੈਪਟ ਲਾਉਂਗੇ ਆਪਾਂ, ਇਹ ਤਾਂ ਆਪਾਂ ਨੂੰ ਯਾਦ ਹੀ ਹੋਣਾ ਚਾਹੀਦਾ, ਘੁੰਮ ਫਿਰ ਕੇ ਆਉਂਦੇ ਰਹਿੰਦੇ ਆ। ਹੂ ਗੇਵ ਦਾ ਆਈਡੀਆ ਆਫ ਦਾ ਪੈਨੀ ਪੋਸਟ ਫਾਸਟ ਐਂਡ ਚੀਪ ਕਮਿਊਨੀਕੇਸ਼ਨ, ਇਹ ਕਿਸ ਬੰਦੇ ਨੇ ਪੈਨੀ ਪੋਸਟ ਫਾਸਟ ਐਂਡ ਚੀਪ ਕਮਿਊਨੀਕੇਸ਼ਨ ਹੈ ਜਿਹੜਾ ਇਹਦਾ ਆਈਡੀਆ ਦਿੱਤਾ ਸੀ। ਠੀਕ ਹੈ ਜੀ, ਤਾਂ ਇਹ ਜਿਹੜਾ ਹੈ ਆਪਾਂ ਕਿਹਨੇ ਦਿੱਤਾ ਸੀ ਬੱਚੋ, ਰੋਲੈਂਡ ਹਿੱਲ। ਇਹ ਆਪਣੇ ਕੋਈ ਹੈਗੇ ਜਿਨ੍ਹਾਂ ਨੇ ਇਸ ਆਈਡੀਆ, ਪੈਨੀ ਪੋਸਟ ਫਾਸਟ ਐਂਡ ਚੀਪ ਕਮਿਊਨੀਕੇਸ਼ਨ ਦਾ ਇਹ ਕੁਐਸਚਨ ਹੈ ਬੱਚੋ। ਇਹ ਇਹਨਾਂ ਨੇ ਰੋਲੈਂਡ ਹਿੱਲ, ਤੁਸੀਂ ਯਾਦ ਰੱਖਣਾ ਹੈ। ਫਾਸਟ ਨੂੰ ਤੁਸੀਂ ਕਿੱਦਾਂ ਆ ਰਿਲੇਟ ਕਰਨ ਵਾਸਤੇ ਨਾ, ਫਾਸਟ ਹੈ ਉੱਪਰ ਹਿੱਲ ਪਰ ਉਹ ਕਿਸੇ ਨੇ ਜ਼ੋਰ ਦੀ ਆਵਾਜ਼ ਮਾਰੀ, ਚੀਕ ਮਾਰ ਕੇ ਥੱਲੇ ਸਾਰਿਆਂ ਨੂੰ ਸਾਰਾ ਕੁਝ ਦੱਸਦਾ। ਕਮਿਊਨੀਕੇਸ਼ਨ ਫਾਸਟ ਕਰਨਾ, ਪੈਨੀ ਪੋਸਟ ਫਾਸਟ ਐਂਡ ਚੀਪ ਕਮਿਊਨੀਕੇਸ਼ਨ ਦਾ ਜਿਹੜਾ ਕਨਸੈਪਟ ਹੈ ਮਿਸਟਰ ਰੋਲੈਂਡ ਹਿੱਲ, ਇਟ ਵਾਸ ਗਿਵਨ ਬਾय ਮਿਸਟਰ ਰੋਲੈਂਡ ਹਿੱਲ। 117ਵਾਂ ਸਵਾਲ ਬੱਚੋ, ਫਟਾਫਟ ਆਪਾਂ ਕਰਨਾ ਹੈ, ਤੁਹਾਡਾ ਟਾਈਮ ਬਿਲਕੁਲ ਨਹੀਂ ਵੇਸਟ ਹੋਣਾ ਚਾਹੀਦਾ, ਪਰ ਤੁਹਾਡੇ ਦਿਮਾਗ 'ਚ ਗੱਲਾਂ ਫਿੱਟ ਹੋ ਜਾਣ, ਜਮਾਂ ਹੀ ਸੀਮੈਂਟ ਮੰਗਣ ਚੀਜ਼ ਟਾਈਟ ਹੋ ਜਾਵੇ। ਇਨ 1775 where was the first battle of American Revolution fought when 1,000 British soldiers met the colonial militia? In the first battle of American Revolution,
ਅਮਰੀਕਨ ਰੈਵੋਲੂਸ਼ਨ ਦੀ ਬੱਚੋ ਜਿਹੜੀ ਫਸਟ ਬੈਟਲ ਹੋਈ ਹੈ fought in the where was the first battle of American Revolution fought ਕਿੱਥੇ ਲੜੀ ਗਈ ਸੀ ਪਹਿਲੀ ਅਮਰੀਕਨ ਰੈਵੋਲੂਸ਼ਨ ਦੀ ਪਹਿਲੀ ਲੜਾਈ when 1000 British soldiers met the colonial militia ਮਿਲੀਸ਼ੀਆ ਮਿਲਟਰੀ ਨੂੰ ਕਹਿੰਦੇ ਆ ਬੱਚੋ ਮਿਲਟਰੀ ਅੱਖਰ ਤੋਂ ਬਣਿਆ ਤੇ ਪਹਿਲੀ ਬੈਟਲ ਹੈ when 1000 British soldiers met the colonial militia ਤੇ ਇਹ ਕਲੋਨੀਅਲ ਮਿਲੀਸ਼ੀਆ ਜਿਹੜਾ ਹੈ ਬ੍ਰਿਟਿਸ਼ ਸੋਲਜਰਸ ਆਬਵੀਅਸਲੀ ਪਹਿਲਾਂ ਉੱਥੇ ਬ੍ਰਿਟਿਸ਼ ਸੀਗੇ ਅਮਰੀਕਾ 'ਚ ਫਿਰ ਉਹਨਾਂ ਨੇ ਲੜਾਈ ਝਗੜਾ ਉੱਥੇ ਕੀਤਾ ਤੁਹਾਨੂੰ ਪਤਾ ਹੈ ਫਿਰ ਅਮਰੀਕਨਸ ਨੂੰ ਅਮਰੀਕਾ ਮਿਲਿਆ ਆਪਣਾ ਵਾਪਸ ਤੇ ਉਹ ਫਸਟ ਜਿਹੜੀ ਬੈਟਲ ਹੈ ਕਿੱਥੇ ਹੋਈ ਸੀਗੀ ਲੈਗਜ਼ਿੰਗਟਨ ਇਹ ਤੁਸੀਂ ਯਾਦ ਰੱਖਣਾ ਹੈ ਬੱਚੋ ਕਿੱਥੇ ਹੈ ਇਹ ਲੈਗਜ਼ਿੰਗਟਨ 'ਚ ਹੈ ਠੀਕ ਹੈ ਜੀ ਨੈਕਸਟ ਕੁਐਸਚਨ who wrote the discourse on origin of inequality ਇਹ ਡਿਸਕੋਰਸ ਕਿਹਨੇ ਲਿਖਿਆ ਹੈ ਇਹ ਇੱਕ ਤਰ੍ਹਾਂ ਪੋਲੀਟੀਕਲ ਥਿਉਰੀ ਦਾ ਬੱਚੋ ਕੁਐਸਚਨ ਬਣ ਚੁੱਕਿਆ ਹੈ ਇਹ ਲਿਖਿਆ ਹੈ ਜੀਨ ਜੈਕਸ ਰੂਸੋ ਇਹਨੇ ਲਿਖਿਆ ਹੈ ਪੋਲੀਟੀਕਲ ਥਿਉਰੀ ਦੇ ਕੁਐਸਚਨ ਮੈਂ ਪਿਛਲੇ ਵੀ ਕੁਐਸਚਨਾਂ ਤੁਹਾਨੂੰ ਦੱਸਿਆ ਸੀਗਾ ਉੱਥੇ ਜਿਵੇਂ ਇੱਕ ਬਿਊਰੋਕ੍ਰੇਸੀ ਦਾ ਕੁਐਸਚਨ ਆਇਆ ਹੋਇਆ ਸੀਗਾ ਇਹ ਪੋਲੀਟੀਕਲ ਥਿਉਰੀ ਦਾ ਡਿਸਕੋਰਸ ਲਿਖਣਾ ਮਤਲਬ ਉਹਦੇ ਬਾਰੇ ਗੱਲਾਂ ਲਿਖਿਆ ਹੈ origin of inequality ਆਪਣੇ ਕਿਵੇਂ ਉਹਦੇ ਵਿੱਚ ਆਈ ਹੈ ਸੁਸਾਇਟੀ ਵਿੱਚ ਉਹਦੇ ਬਾਰੇ ਇਹਨਾਂ ਨੇ ਗੱਲ ਲਿਖੀ ਹੋਣੀ ਹੈ ਮਿਸਟਰ ਜੀਨ ਜੈਕਸ ਰੂਸੋ ਪਾਕਿਸਤਾਨ ਦਾ ਜਿਹੜਾ ਤਹਿਰੀਕ-ਏ ਇਨਸਾਫਿਸ is one of the prominent political parties in Pakistan ठीक है ना पाकिस्तान तहरीक-ए इंसाफिस लिखता है मैं ते तहरीक-ए इंसाफ होगा बच्चों मिल रहा है मेरे तो गलती हो गई है is one of the prominent political parties in Pakistan who is the prominent leader ਇਹਦਾ ਲੀਡਰ ਕੌਣ ਹੈ ਮਿਸਟਰ ਇਮਰਾਨ ਖਾਨ ਜੀ ਹੈ ਇਹਦੇ ਲੀਡਰ ਹਨ ਤੇ ਕਿਹੜੀ ਪਾਰਟੀ ਹੈ ਪਾਕਿਸਤਾਨ ਤਹਿਰੀਕ-ਏ इंसाफ ਹੋ ਗਿਆ ਜੀ 120 ਮੈਂ 118ਵਾਂ ਸਵਾਲ ਤਾਂ ਮੈਂ ਡਿਸਕਸ ਕਰਤਾ ਤੁਹਾਡੇ ਨਾਲ ਉਸ ਤੋਂ ਬਾਅਦ 120ਵਾਂ ਸਵਾਲ ਹੁਣ ਮੈਂ ਆ ਗਿਆ ਹੈ ਬੱਚੋ ਵਲਾਦੀਮੀਰ ਇਲੀਚ ਉਲੀਆਨੋ ਵਾਸ ਪਪੂਲਰਲੀ ਨੋਨ ਐਜ਼ ਇਹ ਲੈਨਿਨ ਹੈ ਰਸ਼ੀਅਨ ਰੈਵੋਲੂਸ਼ਨ ਚ ਆਪਾਂ ਪੜਿਆ ਨਾ ਲੈਨਿਨ ਉਹਦਾ ਨਾਮ ਹੈ ਜੀ ਇਹ ਦੇਖੋ ਲੈਨਿਨ ਦਾ ਨਾਮ ਇਹ ਆਇਆ ਹੋਇਆ ਹੈ ਇਹ ਵਰਲਡ ਹਿਸਟਰੀ ਦਾ ਸਵਾਲ ਬਣ ਗਿਆ ਇੱਕ ਤਰ੍ਹਾਂ ਅਸਲੀ ਨਾਮ ਕੀ ਸੀਗਾ ਉਹਦਾ ਵਲਾਦੀਮੀਰ ਇਲੀਚ ਉਲੀਆਨੋ ਵਲਾਦੀਮੀਰ ਆਪਣੇ ਪੁਤਿਨ ਸਾਹਿਬ ਹੈ ਵਲਾਦੀਮੀਰ ਪੁਤਿਨ ਉਹਨਾਂ ਦਾ ਇੱਕ ਤਰ੍ਹਾਂ ਨਾਮ ਹੈ ਜਿਵੇਂ ਆਪਣੇ ਜਿਵੇਂ ਆਪਾਂ ਕੌਰ ਸਿੰਘ ਤਾਂ ਆਪਣੇ ਲੱਗਦੇ ਹੀ ਰਹਿੰਦੇ ਆ ਪੰਜਾਬ ਵਿੱਚ ਜਿਹਦੇ ਨਾਮ ਨਾਲ ਦੇਖੋ ਉਹਨਾਂ ਦਾ ਵੀ ਵਲਾਦੀਮੀਰ ਇੱਕ ਕਾਮਨ ਜਿਹਾ ਨੇਮ ਹੈ ਉਹ ਬਹੁਤ ਕਾਮਨ ਯੂਜ਼ ਹੁੰਦਾ ਹੈ ਮਿਸਟਰ ਵਲਾਦੀਮੀਰ ਇਲੀਚ ਉਲੀਆਨੋ ਓਕੇ ਲੈਨਿਨ ਦਾ ਨਾਮ ਹੈ 121ਵਾਂ ਸਵਾਲ ਬੱਚੋ ਤਾਂ ਕਿ ਤੁਹਾਨੂੰ ਜਮਾ ਵੀ ਭੁੱਲੇ ਨਾ ਦ ਟ੍ਰੀਟੀ ਆਫ ਬ੍ਰੈਸਟ ਲਿਟੋਵਿਸਕ ਵਾਜ਼ ਅ ਪੀਸ ਟ੍ਰੀਟੀ ਸਾਈਨਡ ਬਿਟਵੀਨ ਵਿਚ ਕੰਟਰੀਜ਼ ਇਹ ਟ੍ਰੀਟੀਆਂ ਬਹੁਤ ਆਉਂਦੀਆਂ ਵਰਲਡ ਹਿਸਟਰੀ ਦੇ ਨਾ ਟ੍ਰੀਟੀਆਂ ਤੁਸੀਂ ਇਕੱਠੀਆਂ ਨਾ ਇਹਨਾਂ ਦਾ ਇੱਕ ਉਹ ਬਣਾ ਕੇ ਇੰਡੈਕਸ ਜਿਹਾ ਬਣਾ ਕੇ ਲਿਸਟ ਬਣਾ ਕੇ ਇਹਨਾਂ ਨੂੰ ਯਾਦ ਕਰ ਸਕਦੇ ਹੋ ਦਾ ਟ੍ਰੀਟੀ ਆਫ ਬ੍ਰੈਸਟ ਲਿਟੋਵਿਸਕ ਰਸ਼ੀਆ ਐਂਡ ਸੈਂਟਰਲ ਪਾਵਰਸ ਕਿਹਦੇ ਵਿੱਚ ਹੋਈ ਹੈ ਬੱਚਾ ਇਹ ਫਸਟ ਵਰਲਡ ਵਾਰ ਦਾ ਸਵਾਲ ਹੋ ਗਿਆ ਸੈਂਟਰਲ ਪਾਵਰ ਤੇ ਰਸ਼ੀਆ ਦੇ ਵਿੱਚ ਫਸਟ ਵਰਲਡ ਵਾਰ ਚੋਂ ਦੇਖ ਲਓ ਕਿੱਦਾਂ ਦੇ ਕੁਐਸਚਨ ਟ੍ਰੀਟੀਆਂ ਦੇ ਸਵਾਲ ਬਹੁਤ ਆਉਂਦੇ ਆ ਸੈਕੰਡ ਵਰਲਡ ਵਾਰ ਚੋਂ ਟ੍ਰੀਟੀਆਂ ਦੇ ਕੁਐਸਚਨ ਟ੍ਰੀਟੀਆਂ ਨਹੀਂ ਛੱਡਣੀਆਂ ਹੈਗੀਆਂ ਠੀਕ ਹੈ ਜੀ ਸੋ ਵਰਲਡ ਵਾਰ ਦੇ ਕੁਐਸਚਨ ਬਣ ਗਿਆ ਅਗਲਾ ਬੱਚੋ ਹੋ ਗਿਆ ਸਵਾਲ ਨੰਬਰ 122 ਨੇਮ ਦਾ ਟੂ ਜਰਮਨ ਰਿਪਰੈਜ਼ੈਂਟੇਟਿਵਸ ਹੂ ਵਰ ਫੋਰਸਡ ਟੂ ਅਪੈਂਡ देयर ਸਿਗਨੇਚਰਸ ਔਨ ਦਾ ਟ੍ਰੀਟੀ ਆਫ ਵਰਸੈਲਿਸ ਇਨ 1919 ਵਿੱਚ ਉਹ ਦੋ ਜਰਮਨ ਰਿਪਰੈਜ਼ੈਂਟੇਟਿਵ ਦੱਸ ਦੋ ਜਿਨ੍ਹਾਂ ਨੂੰ ਫੋਰਸ ਕੀਤਾ ਗਿਆ ਸੀਗਾ ਜ਼ਬਰਦਸਤੀ ਆਪਣੇ ਸਿਗਨੇਚਰ ਟ੍ਰੀਟੀ ਆਫ ਵਰਸੈਲੀ ਦੇ ਉੱਤੇ ਵੀ ਤੁਸੀਂ ਬਈ ਕਰਨੇ ਹੀ ਕਰਨੇ ਆਪਣੇ ਸਿਗਨੇਚਰ ਕਰੋ ਸਾਨੂੰ ਨਹੀਂ ਪਤਾ ਹੈਗਾ ਤੇ ਇਹ ਬੱਚੋ ਇਹ ਕੀਤੇ ਸੀਗੇ ਮਿਸਟਰ ਮੂਲਰ ਤੇ ਬੈਲ ਨੇ ਕਿਹਨੇ ਕੀਤੇ ਸੀਗੇ ਮੂਲਰ ਐਂਡ ਬੈਲ ਤੇ ਇਦਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਡਬਲ ਐਲ ਦੇਖੋ ਦੋਨਾਂ ਪਾਸੇ ਆਂਦਾ ਹੈ ਇਹ ਯਾਦ ਕਰਨ ਦਾ ਤਰੀਕਾ ਇਹਦਾ ਨਾਲ ਕਨਸੈਪਟ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਟ੍ਰੀਟੀ ਤੇ ਫੇਰ ਕੁਐਸਚਨ ਹੈ ਤੁਸੀਂ ਇਹ ਗੱਲਾਂ ਤੋਂ ਕੀ ਪਤਾ ਲਾਣੇ ਹੋ ਟ੍ਰੀਟੀ ਤੇ ਫੇਰ ਆ ਪਿੱਛੇ ਟ੍ਰੀਟੀ ਤੇ ਫੇਰ ਕੁਐਸਚਨ ਸੀਗਾ ਟ੍ਰੀਟੀ ਬੱਚੋ ਫਸਟ ਵਾਰ ਸੈਕੰਡ ਵਰਲਡ ਵਾਰ ਵਿੱਚ ਜਿੰਨੀਆਂ ਵੀ ਟ੍ਰੀਟ ਆਈਆਂ ਛੋਟੀਆਂ ਬੈਟਲਸ ਹੋਈਆਂ ਜਿਹੜੇ ਲਾਸਟ ਵਿੱਚ ਟ੍ਰੀਟੀਆਂ ਵਿੱਚ ਹੋਈਆਂ ਉਹਨਾਂ ਨੂੰ ਤੁਸੀਂ ਜ਼ਰੂਰ ਇੱਕ ਲਿਸਟਿੰਗ ਕਰਕੇ ਯਾਦ ਕਰਨਾ ਹੈ ਉਸ ਤੋਂ ਬਾਅਦ ਆ ਗਿਆ ਬੱਚੋ ਜੀ 123 ਨੰਬਰ ਸਵਾਲ ਹੈ ਆਪਰੇਸ਼ਨ ਬਰਬੂਸਾ ਇੰਨਾ ਇੰਪੋਰਟੈਂਟ ਹੈ ਨਾ ਇਹ ਤਾਂ ਮੈਂ ਕਹਿੰਦਾ ਜੀ ਇਹ ਮੈਂ ਤਾਂ ਕਿੰਨੀ ਵਾਰ ਪੰਜਾਬ ਦੇ ਅਲੱਗ-ਅਲੱਗ ਪੇਪਰਾਂ 'ਚ ਇਹ ਕੁਐਸਚਨ ਨੂੰ ਦੇਖ ਚੁੱਕਿਆ ਆਪਰੇਸ਼ਨ ਬਰਬੂਸਾ ਵਾਸ ਦਾ ਕੋਡ ਨੇਮ ਫॉर ਦਾ ਇਨਵੇਜਨ ਆਫ ਵਿਚ ਕੰਟਰੀ USSR ਦਾ ਜਿਹੜਾ ਇਨਵੇਜਨ ਹੋਈ ਹੈ ਨਾ ਬੱਚੋ ਆਪਰੇਸ਼ਨ ਬਰਬੂਸਾ ਉਹਦੇ ਵਿੱਚ ਹੋਇਆ ਸੀਗਾ ਤੇ ਇਹ ਫਿਰ ਉਹਦਾ ਹੀ ਹੈ ਵਰਲਡ ਹਿਸਟਰੀ ਦਾ ਕੁਐਸਚਨ ਹੈ ਜਿੰਨੇ ਛੋਟੇ ਸਪੈਸ਼ਲ ਨੇਮਸ ਵਾਲੇ ਆਪਰੇਸ਼ਨਸ ਹਨ ਤੇ ਟ੍ਰੀਟੀ ਆਪਰੇਸ਼ਨ ਬਾਰਬਰੋਸਾ USSR ਇਹ ਹੈ ਜਿਹਨੂੰ ਅੱਜ ਕੱਲ ਆਪਾਂ ਰਸ਼ੀਆ ਕਹਿੰਦੇ ਆ ਤੇ USSR ਦਾ ਇਹ ਹੈ ਆਪਰੇਸ਼ਨ ਬਾਰਬਰੋਸਾ ਓਕੇ ਜੀ ਸੋ ਅਗਲਾ ਕੁਐਸਚਨ ਆ ਗਿਆ ਜੀ ਆਪਣਾ 124ਵਾਂ ਸਵਾਲ ਹੜੱਪਨ ਸੀਲਸ ਇਹ ਕਿਹਦਾ ਆ ਗਿਆ ਐਂਸ਼ੀਐਂਟ ਦਾ ਕੁਐਸਚਨ ਐਂਸ਼ੀਐਂਟ ਦਾ ਦੇਖੋ ਟਾਈਪ ਆਫ ਕੁਐਸਚਨਸ ਵੀ ਤੁਸੀਂ ਦੇਖੋ ਆਪਣਾ PPSC ਵਾਲੇ ਕਿਦਾਂ ਘੁਮਾ ਕੇ ਪੁੱਛਦੇ ਆ ਹੜੱਪਨ ਸੀਲਸ ਵਰ ਮੇਡ ਮੋਸਟਲੀ ਆਫ ਸਟੀਅਟਾਈਟ ਇਹ ਇੱਕ ਟਾਈਪ ਦਾ ਮਟੀਰੀਅਲ ਹੁੰਦਾ ਜੀ ਸਟੀਅਟਾਈਟ ਮਟੀਰੀਅਲ ਇਹਦੀਆਂ ਹੜੱਪਾ ਦੀਆਂ ਸੀਲਾਂ ਬਣਦੀਆਂ ਇਹਦੇ ਨਾਲ
ਤੇ ਸੀਲਾਂ ਦੇ ਉੱਤੇ ਫੋਟੋਆਂ ਬਣੀਆਂ ਹੁੰਦੀਆਂ ਸੀਗੀਆਂ ਜਾਨਵਰਾਂ ਦੀਆਂ, ਕਈ ਵਾਰ ਰਾਜਿਆਂ ਦੀਆਂ, ਇਹੋ ਜਿਹੀਆਂ ਫੋਟੋਆਂ ਜਿਹੀਆਂ ਹੁੰਦੀਆਂ ਸੀਗੀਆਂ। ਇਹ ਹਰਪਨ ਸੀਲਸ ਹੈ ਨਾ, ਸਟੀਏਟਾਈਟ ਦੀਆਂ ਬਣਦੀਆਂ ਹੈ। ਇਹ ਆਂਦਾ ਰਹਿੰਦਾ ਕੁਐਸਚਨ, ਇਹ ਕਿੱਥੇ ਕਿੱਥੇ ਸੀਲਸ ਮਿਲਦੀਆਂ, ਮੋਹਨਜੋ ਦਾਰੋ ਚ ਮਿਲਦੀਆਂ ਹੈ। ਇਹ ਵੀ ਤੁਸੀਂ ਬੱਚੋ ਲਿਸਟਿੰਗ ਕਰਨੀ ਹੈ, ਕਿਹੜੀ ਸੀਲ ਕਿੱਥੇ ਮਿਲਦੀ ਹੈ ਤੇ ਕਿੱਥੇ ਕਿੱਥੇ ਤੋਂ ਇਹ ਸੀਲਾਂ ਲੱਭੀਆਂ ਅਲੱਗ-ਅਲੱਗ ਹੜੱਪਨ ਸਾਈਟਸ ਚੋਂ, ਇਹ ਤੁਸੀਂ ਲਿਸਟ ਕਰਕੇ ਰੱਖਣਾ। ਦੇਖੋ ਤੁਹਾਨੂੰ ਟਾਈਪ ਆਫ ਕੁਐਸਚਨ ਹੜੱਪਨ ਸੀਲ ਸਟੀਏਟਾਈਟ ਜ਼ਰੂਰ ਯਾਦ ਰੱਖਣਾ, ਬੜਾ ਹੀ ਫੰਡਾਮੈਂਟਲ ਸਵਾਲ ਹੈ, ਠੀਕ ਹੈ ਜੀ। 125ਵਾਂ ਸਵਾਲ, ਦ ਲੀਡਰ ਆਫ ਦ ਜੈਨਾ ਗਣਾ ਵਾਜ਼ ਨੋਨ ਐਜ਼, ਜੈਨਾ ਜਿੱਥੇ ਜੈਨ ਦਾ ਗਣ ਹੁੰਦਾ, ਇਕੱਠੇ ਹੁੰਦੇ ਸੀਗੇ ਜੈਨ ਲੋਕ, ਉਹਨੂੰ ਜੈਨਾ ਗਣਾ, ਇਹਦਾ ਇੱਕ ਲੀਡਰ ਬਣਦਾ ਸੀਗਾ। ਇਹ ਜੈਨ ਪੀਪਲ ਹੈ ਜਿਹੜੇ ਮਹਾਵੀਰ ਜੀ ਨੇ ਆਪਣਾ ਜੈਨ ਧਰਮ ਦਾ ਚਲਾਇਆ ਸੀਗਾ, ਗੌਤਮ ਜੀ ਨੂੰ ਆਪਾਂ ਕਹਿੰਦੇ ਆ ਉਹਨਾਂ ਨੇ, ਤੇ ਜੈਨ ਗਣਾ ਉਹਦਾ ਜਿਹੜਾ ਲੀਡਰ ਹੁੰਦਾ ਸੀਗਾ ਉਹਨੂੰ ਕਿਆ ਕਹਿੰਦੇ ਹੁੰਦੇ ਸੀਗੇ, ਗਨਾਧਰ। ਕੀ ਕਹਿੰਦੇ ਆ ਬੱਚੋ, ਗਨਾਧਰ। ਨਾਮ ਤੋਂ ਹੀ ਪਤਾ ਲੱਗਦਾ ਗਣਾ, ਗਣਾ ਗਣਾ ਤੋਂ ਹੀ ਬਣਾ, ਗਾਣਾ 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 ਗਾਨਾਧਰ, ਉਹਦਾ ਜਿਹੜਾ ਹੈਡ ਹੈ ਗਨਾਧਰ। ਓਕੇ ਜੀ। 126ਵਾਂ ਸਵਾਲ ਬੱਚੋ, ਇਬਨ ਬਤੂਤਾ, ਠੀਕ ਹੈ ਨਾ, ਫਿਲਮ ਵੀ ਆਈ ਸੀ ਇਬਨ ਬਤੂਤਾ ਪੈਰ में जूता। इबन बतूता ਦਾ ਫੇਮਸ ਮੁਸਲਿਮ ਐਕਸਪਲੋਰਰ ਹੂ ਕੇਮ ਟੂ ਇੰਡੀਆ ਡਿਊਰਿੰਗ ਦਾ ਟਾਈਮਸ ਆਫ ਮੁਹੰਮਦ ਬਿਨ ਤੁਗਲਕ, MBT ਕਿਤਾਬਾਂ ਵਿੱਚ, ਜਾਂ ਫਿਰ ਕਈ ਬੱਚੇ ਨੋਟਸ ਬਣਾਉਣ ਲੱਗੇ ਮੁਹੰਮਦ ਬਿਨ ਤੁਗਲਕ ਨੂੰ MBT ਲਿਖ ਦਿੰਦੇ ਆ। ਇਹ ਕਿਹੜੇ ਕੰਟਰੀ ਦਾ ਸੀਗਾ ਬੱਚੋ, ਇਹ ਮੋਰੱਕੋ ਦਾ ਸੀਗਾ ਇਬਨ ਬਤੂਤਾ। ਬੜਾ ਪੁਰਾਣਾ ਸਵਾਲ ਹੈ ਤੇ ਬੜਾ ਇੰਪੋਰਟੈਂਟ ਸਵਾਲ ਹੈ, ਰਿਪੀਟ ਹੋ ਕੇ ਆਂਦਾ, ਇੱਕ ਵਾਰ ਜਾਂ ਸੁਣ ਲਿਆ ਬਸ ਐਂ ਯਾਦ ਹੋਵੇ ਮਰਦੇ ਦਮ ਤੱਕ, ਬਸ ਯਾਦ ਹੈ ਸਾਨੂੰ ਤਾਂ ਪੱਕਾ ਪਤਾ ਹੈ ਕਿੱਥੋਂ ਆਇਆ ਸੀਗਾ। ਬੱਚੋ ਤੁਸੀਂ ਲਿਸਟਿੰਗ ਜ਼ਰੂਰ ਕਰਨੀ ਹੈ। ਅਲੱਗ-ਅਲੱਗ ਜਿਹੜੇ ਜਿਹੜੇ ਟਰੈਵਲਰ ਸਾਡੇ ਦੇਸ਼ ਚ ਪਹੁੰਚੇ, ਜਿਹੜੇ ਦੇਖੋ ਤੇ ਕੋਲ 3 ਹਿਸਟਰੀ ਦੀਆਂ ਕਿਤਾਬਾਂ ਨੇ ਥੀਮਸ ਵਾਲੀਆਂ NCERT ਦੀਆਂ, ਉਹਦੇ ਵਿੱਚ ਨਾ ਡੱਬਿਆਂ ਚ ਵੀ ਟਰੈਵਲਰਾਂ ਦੇ ਨਾਂ ਲਿਖੇ ਹੋਏ, ਉਹਨਾਂ ਨੂੰ ਇਕੱਠੇ ਕਰ ਲਓ, ਇਕੱਠੇ ਕਰ ਲਓ, ਜਿਹੜੇ 20-30 ਟਰੈਵਲਰ ਹੈ ਉਹਨਾਂ ਨੂੰ ਇਕੱਠੇ ਕਰਕੇ ਲਿਸਟ ਕਰ ਲਓ, ਉਹਨਾਂ ਨੂੰ ਸਾਰਿਆਂ ਨੂੰ ਯਾਦ ਕਰ ਲਓ ਉਹਨਾਂ ਨੂੰ। ਇਬਨ ਬਤੂਤਾ ਮੋਰੱਕੋ, ਕਾਫੀ ਫੇਮਸ ਹੈ ਇਹ ਬੱਚੋ। 127ਵਾਂ ਸਵਾਲ, ਹੂ ਵਾਜ਼ ਦਾ ਪਰਸ਼ੀਅਨ ਅਪੁਆਇੰਟਡ ਬਾਈ ਦਾ ਅਸ਼ੋਕਾ ਟੂ ਐਡਮਿਨਿਸਟਰ ਦਾ ਵੈਸਟਰਨ ਪ੍ਰੋਵਿੰਸ। ਪਰਸ਼ੀਅਨ ਕੌਣ ਬੰਦਾ ਸੀਗਾ ਜਿਹੜੇ ਅਸ਼ੋਕ ਜੀ ਨੇ ਮਤਲਬ ਲਾਇਆ ਸੀਗਾ ਆਪਣਾ ਜਿਹੜਾ ਉਹਨਾਂ ਦਾ ਵੈਸਟਰਨ ਪ੍ਰੋਵਿੰਸ ਸੀਗਾ, ਤੇ ਉਹਨੂੰ ਐਡਮਿਨਿਸਟਰ ਕਰਨ ਵਾਸਤੇ ਵੀ ਤੁਸੀਂ ਇਹਦੇ ਤੇ ਇਹਦਾ ਹਿਸਾਬ ਕਿਤਾਬ ਰੱਖੋ, ਐਡਮਿਨਿਸਟ੍ਰੇਸ਼ਨ ਚਲਾਓ ਜੀ ਤੁਸੀਂ। ਜਿਵੇਂ ਇੱਕ ਮੇਨ ਰਾਜਾ ਨੇ ਆਪਣੇ ਥੱਲੇ ਬੰਦੇ ਲਾ ਲਿਆ, ਕੋਈ ਆਪਣਾ ਛੋਟਾ ਰਾਜਾ ਲਾ ਲਿਆ, ਗਵਰਨਰ ਟਾਈਪ ਲਾ ਲਿਆ, ਉਸ ਟਾਈਪ ਦਾ ਪਰਸ਼ੀਅਨ ਇੱਕ ਬੰਦਾ ਸੀਗਾ, ਉਹਦਾ ਨਾਮ ਕੀ ਸੀਗਾ, ਤੁਸਾਪਾ ਹੈ। ਤੁਸਾਪਾ ਬੱਚੋ ਇਹ ਬੰਦੇ ਦਾ ਨਾਂ ਤੁਸੀਂ ਯਾਦ ਰੱਖਣਾ ਹੈ। ਇਹ ਜਿਹੜੇ ਅਲੱਗ-ਅਲੱਗ ਅਸ਼ੋਕ ਦੇ ਪ੍ਰੋਵਿੰਸ ਹੈ ਉਹਨਾਂ ਦੇ ਕਿਹੜੇ ਕਿਹੜੇ ਗਵਰਨਰ ਸੀਗੇ, ਇਹ ਇੰਪੋਰਟੈਂਟ ਹੋ ਗਈ ਗੱਲ, ਠੀਕ ਹੈ। ਇੱਥੋਂ ਤੁਹਾਨੂੰ ਗੱਲ ਵੀ ਸਮਝ ਲੱਗ ਗਈ, ਪਰਸ਼ੀਅਨ ਅਸ਼ੋਕ ਨੇ ਤੁਸਾਪਾ, ਅਸ਼ੋਕ ਤੁਸਾਪਾ। 128ਵਾਂ ਸਵਾਲ ਬੱਚੋ, ਕੁੰਵਰ ਸਿੰਘ ਵਾਜ਼ ਅ ਲੀਡਰ ਆਫ ਰਿਵੋਲਟ ਆਫ 1857। 1857 ਦਾ ਬੱਚੋ ਜਿਹੜਾ ਫਸਟ ਬੈਟਲ ਆਫ ਇੰਡੀਪੈਂਡੈਂਸ ਹੋਈ ਹੈ ਨਾ, ਕਈ ਜਗ੍ਹਾ ਤੇ ਹੋਈ ਹੈ, ਲੜੀ ਗਈ, ਕਾਨਪੁਰ ਚ ਲੜੀ ਗਈ, ਬਿਹਾਰ ਚ ਲੜੀ ਗਈ, ਅਲੱਗ-ਅਲੱਗ ਜਗ੍ਹਾ ਤੇ, ਦਿੱਲੀ ਵਿੱਚ ਵੀ ਲੜੀ ਗਈ ਹੈ, ਬਰੇਲੀ ਵਿੱਚ ਵੀ ਲੜੀ ਗਈ ਹੈ। ਇਹ ਅਲੱਗ-ਅਲੱਗ ਬੰਦਿਆਂ ਨੇ ਲੀਡ ਕੀਤਾ ਸੀਗਾ ਉੱਥੇ, ਇਹਦੀ ਲਿਸਟ ਬਣਾ ਲਓ। ਕੁੰਵਰ ਸਿੰਘ ਵਾਜ਼ ਅ ਲੀਡਰ ਆਫ ਰਿਵੋਲਟ ਆਫ 1857 ਇਨ ਵਿਚ ਸਟੇਟ। ਕੁੰਵਰ ਸਿੰਘ ਜਿਹੜੇ ਸੀਗੇ ਨਾ, ਇਹਨਾਂ ਨੇ ਪਹਿਲੀ ਲੜਾਈ ਜਿਹੜੀ ਸੀਗੀ ਆਪਣੀ ਇੰਡੀਪੈਂਡੈਂਸ ਦੀ, ਦੇਸ਼ ਦੀ ਆਜ਼ਾਦੀ ਵਾਲੀ 1857 ਵਾਲੀ ਬੱਚੋ, ਇਹ ਕਿੱਥੇ ਲੜੀ ਸੀ, ਕਿੱਥੇ ਦੇ ਸੀਗੇ? 1857 ਦੀ ਲੜਾਈ ਕਈ ਫਰੰਟ ਤੇ ਛੋਟੀ ਛੋਟੀ ਲੜੀ ਗਈ ਹੈ ਸਾਡੇ ਦੇਸ਼ ਵਿੱਚ, ਅਲੱਗ ਕਾਨਪੁਰ ਚ ਲੜੀ ਗਈ ਹੈ, ਬਰੇਲੀ ਵਿੱਚ ਲੜੀ ਗਈ ਹੈ, ਦਿੱਲੀ ਵਿੱਚ ਲੜੀ ਗਈ ਹੈ। ਏਦਾਂ ਹੀ ਇਹ ਕਿੱਥੇ ਸੀਗੇ ਇਹ ਜਿਹੜੇ ਕੁੰਵਰ ਸਿੰਘ ਸੀਗੇ, ਇਹ ਵੀਰ ਜੀ ਆਪਣੇ ਕਿੱਥੇ, ਬਿਹਾਰ ਚ ਸੀਗੇ ਬੱਚੋ, ਯਾਦ ਰੱਖਣਾ ਤੁਸੀਂ, ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਲਿਸਟਿੰਗ ਕਰ ਲੈਣੀ ਹੈ ਤੁਸੀਂ। ਰਾਜੀ ਵਹੀਰ ਦੀ ਕਿਤਾਬ ਚੋਂ ਇਹਦੀ ਲਿਸਟ ਬਣਾ ਲੈਣੀ ਹੈ, ਤੇ ਬਸ ਫਟਾਫਟ ਤੁਸੀਂ ਦੇਖ ਲਓ ਵੀ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਪੇਪਰ 'ਚ ਮਿਲਣਾ ਹੀ ਮਿਲਣਾ, ਤੁਸੀਂ ਬਿਲਕੁਲ ਵੀ ਇਹਨੂੰ ਛੱਡਣਾ ਅਫੋਰਡ ਨਹੀਂ ਕਰ ਸਕਦੇ। ਰਿਪੀਟਡ ਕੁਐਸਚਨ ਜਿਹੜੇ ਮੈਂ ਤੁਹਾਨੂੰ ਕਰਾ ਰਿਹਾ ਨਾ, ਮੇਰੀ ਗਰੰਟੀ ਆ ਆਣਗੇ, ਕਿਉਂਕਿ ਮੈਂ ਬਾਰ-ਬਾਰ ਆਂਦੇ ਦੇਖੇ ਆ, ਤੇ ਤੁਹਾਨੂੰ ਇਹਦਾ ਫਾਇਦਾ ਜ਼ਰੂਰ ਹੋਊਗਾ। 129ਵਾਂ, the Dastak system which was adopted by the British in the initial stages of their expansion was related to। ਜਿਹੜਾ ਬੱਚੋ ਦਸਤਕ ਸਿਸਟਮ ਸੀਗਾ ਨਾ, ਦਸਤਕ ਸਿਸਟਮ which was adopted by the British in the initial stages, ਬ੍ਰਿਟਿਸ਼ ਨੇ ਇਨੀਸ਼ੀਅਲ ਸਟੇजेस ਵਿੱਚ ਆਪਣੇ ਜਦ 1600 ਚ ਈਸਟ ਇੰਡੀਆ ਕੰਪਨੀ ਆਈ ਹੈ, ਉਸ ਤੋਂ ਬਾਅਦ ਬ੍ਰਿਟਿਸ਼ 1857 ਤੋਂ ਬਾਅਦ ਜਿਹੜਾ ਈਸਟ ਇੰਡੀਆ ਕੰਪਨੀ ਤੋਂ ਖਿੱਚ ਕੇ ਜਿਹੜਾ ਹੈ ਰਾਜ ਫਿਰ ਐਕਚੁਅਲੀ ਬ੍ਰਿਟਿਸ਼ ਲੋਕਾਂ ਕੋਲ ਆ ਗਿਆ ਸੀਗਾ, ਬ੍ਰਿਟਿਸ਼ਰਸ ਕੋਲ ਆ ਗਿਆ ਸੀ, ਕੰਪਨੀ ਤੋਂ ਰਾਜ ਖਿੱਚ ਲਿਆ ਸੀਗਾ। was adopted by the British in initial stages of their expansion was related to। ਇਹ ਕਿਹੜੀ ਚੀਜ਼ ਨਾਲ ਦਸਤਕ ਸਿਸਟਮ ਰਿਲੇਟਡ ਸੀਗਾ? ਉਹਨਾਂ ਨੇ ਐਕਸਪੈਂਸ਼ਨ ਕਰੀ, ਬ੍ਰਿਟਿਸ਼ ਰਾਜ ਨੂੰ ਅੱਗੇ ਤੋਂ ਅੱਗੇ ਇੰਡੀਆ ਵਿੱਚ ਵਧਾਇਆ, ਕਿ ਇਹ ਕਿਹੜੀ ਚੀਜ਼ ਦਾ? ਟ੍ਰੇਡ ਪ੍ਰਿਵਿਲੇजेस ਐਂਡ ਕੰਸੈਸ਼ਨਸ। ਟ੍ਰੇਡ ਦੇ ਪ੍ਰਿਵਿਲੇਜ ਦੇ ਦਿੱਤੇ ਕਿਸੇ ਨੂੰ ਵੀ ਤੁਸੀਂ ਸਾਡੇ ਨਾਲ ਟ੍ਰੇਡ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ, ਕੰਸੈਸ਼ਨਸ ਦੇ ਦਿੱਤੇ, ਜੇ ਤੁਸੀਂ ਸਾਡੇ ਨਾਲ ट्रेड करोगे तो ਤੁਹਾਨੂੰ ਇੰਨਾ ਫਾਇਦਾ ਦੇ ਦਾਂਗੇ। ਤਾਂ दस्तक दे दी उन्होंने हमारे देश में। ट्रेड प्रिविलेजेस एंड कंसेशन ट्रेड ਦੇ ਨਾਲ ਰਿਲੇਟਡ ਹੈ ਬੱਚੋ, ਇਹ ਯਾਦ ਰੱਖਣਾ ਹੈ। ਪਿਛਲੇ ਕੁੰਵਰ ਸਿੰਘ ਬਿਹਾਰ, ਪਰਸ਼ੀਅਨ ਅਸ਼ੋਕਾ ਤੁਸਾਪਾ, ਇਬਨ ਬਤੂਤਾ ਮੋਰੱਕੋ, ਮੈਂ ਦੁਬਾਰਾ ਨੂੰ ਉੱਪਰ ਜਾ ਰਿਹਾ, ਜੈਨਾ ਗਣਾ ਗਨਾਧਰ, ਜਿਹੜੀ ਹੜੱਪਾ ਦੀ ਸੀਲ ਹੈ ਸਟੀਏਟਾਈਟ, ਠੀਕ ਹੈ ਜੀ।
130वां सवाल बच्चों, द स्टोरी ऑफ विदे माधव इज नरेटेड इन, विदे माधव द स्टोरी ਇਹਦੀ ਕਿਹਨੇ ਨਰੇਟ ਕੀਤੀ ਸੀਗੀ ਬੱਤੇ, ਇਜ਼ ਨਰੇਟਡ ਇਨ ਕਿਹੜੇ ਗ੍ਰੰਥ ਵਿੱਚ। ਇਹ ਆਪਣਾ ਤੁਹਾਨੂੰ ਪਤਾ ਹੈ ਵੀ ਆਪਣੇ ਪੁਰਾਣਾ ਜਿਹੜਾ ਇਤਿਹਾਸ ਹੈ ਬਹੁਤ ਅਰਾਊਂਡ 3000 ਈਅਰਸ ਐਗੋ ਵੇਦ ਲਿਖੇ ਗਏ ਸੀਗੇ, ਵੇਦਾ ਪੀਰੀਅਡ ਹੈ, ਐਂਸ਼ੀਅੰਟ ਦਾ ਕੁਐਸਚਨ ਆ ਗਿਆ ਇਹ। ਉਹਦੇ ਵਿੱਚ ਯਜੁਰਵੇਦ ਵਿੱਚ ਵਿਦੇ ਮਾਧਵ ਦੀ ਇੱਕ ਸਟੋਰੀ ਨਰੇਟ ਕੀਤੀ ਗਈ ਹੈ, ਯਜੁਰਵੇਦਾ ਚ ਹੈ ਬੱਚੋ ਇਹ। ਹੂ ਵਾਜ਼ ਰਿਫਾਰਮਰ ਐਂਡ ਫਿਲੋਸਫਰ ਫਰੋਮ ਦਾ ਰਾਮਾਨਦੀ ਸੰਪਰਦਾ in lineage of Jagat Guru Ramananda Acharya, who was reformer and philosopher from Ramanadi Samprada in the lineage of Jagat Guru Ramananda Acharya, who was reformer and philosopher from ਰਾਮਾਨਦੀ ਸੰਪਰਚਾ ਲੀਨੀਏਜ ਮਤਲਬ ਉਹਦੇ ਖਾਨਦਾਨ ਜਾਂ ਉਹਦੇ ਅੱਗੇ ਤੋਂ ਅੱਗੇ ਜਿਹੜੇ ਪਰਿਵਾਰ ਚੱਲਿਆ ਉਹਦੇ ਚੋਂ ਰਾਮਾਨਦੀ ਸੰਪਰਦਾ ਸੰਪਰਦਾਇਆ ਜਿਹੜਾ ਹੈ ਬੱਚੋ ਇਹਦੀ ਲੀਨੇਜ ਚੋਂ ਇਹਨਾਂ ਦੇ ਅੱਗੇ ਕੌਣ ਜੰਮਿਆ, ਇਨ ਦਾ ਲੀਨੇਜ ਆਫ ਜਗਤ ਗੁਰੂ ਦਾ ਇਹ ਲੀਨੇਜ ਸੀਗਾ। ਇਹਦੇ ਚ ਕੌਣ ਬਹੁਤ ਵੱਡਾ ਰਿਫਾਰਮਰ ਹੋਇਆ, ਜਿਹੜੇ ਆਪਣੇ ਤੁਲਸੀਦਾਸ ਜੀ ਸੀਗੇ ਨਾ, ਇਹ ਜਿਹੜੇ ਇਹਨਾਂ ਦੀ ਲੀਨੇਜ ਚੋਂ ਸੀਗੇ। ਠੀਕ ਹੈ ਜੀ, ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ। 100 ਤੁਲਸੀਦਾਸ ਜੀ ਰਾਮਾਨੰਦਾ ਸੰਪਰਦਾ ਰਾਮਾਨਦੀ ਸੰਪਰਦਾ ਦੇ ਲੀਨੇਜ ਇਨ ਦਾ ਲੀਨੇਜ ਆਫ ਜਗਤ ਗੁਰੂ ਰਾਮਾਨੰਦਾ ਆਚਾਰਿਆ ਜਿਹੜੇ ਸੀਗੇ, ਉਹਨਾਂ ਚੋਂ ਤੁਲਸੀਦਾਸ ਜੀ ਹੈ ਜਿਹੜੇ ਉਹਨਾਂ ਦੀ ਲੀਨੇਜ ਚੋਂ ਸੀਗੇ, ਬਹੁਤ ਵੱਡੇ ਫਿਲੋਸਫਰ ਤੇ ਰਿਫਾਰਮਰ ਸੀਗੇ। ਹੂ ਇੰਪੋਜ਼ ਦਾ टैक्सेस कॉल्ड चरी एंड घारी, ਇਹ ਕਿਹਨੇ ਲਾਈ ਸੀਗੇ ਟੈਕਸਸ। ਇਹ ਬੱਚੋ ਜਿਹੜੇ ਇਹਨਾਂ ਟੈਕਸਸ ਦੇ ਦੇਖੋ ਮੈਂ ਨਾ ਬਾਰ-ਬਾਰ ਦੇਖਿਆ ਜਿਹੜੇ ਟੈਕਸਸ ਦੇ ਕੁਐਸਚਨਸ ਹੁੰਦੇ ਆ ਨਾ ਆਪਣੇ ਵੀ ਐਮਬੀਟੀ ਨੇ ਕਿਹੜੇ-ਕਿਹੜੇ ਟੈਕਸ ਲਾਏ ਆ। ਐਮਬੀਟੀ ਮਤਲਬ ਮੁਹੰਮਦ ਬਿਨ ਤੁਗਲਕ ਨੇ ਅਕਬਰ ਦੇ ਟਾਈਮ 'ਚ ਕਿਹੜੇ-ਕਿਹੜੇ ਟੈਕਸ ਉਹਨਾਂ ਨੇ ਕਿਸਾਨਾਂ ਤੇ ਲਾਏ ਜਾਂ ਫਿਰ ਕਿਸ ਟਾਈਪ ਦੇ ਉਹਨਾਂ ਨੇ ਟੈਕਸ ਹੈ ਜਿਹੜੇ ਪੰਡਿਤਾਂ ਤੇ ਜਾਂ ਕਿਸੇ ਹੋਰ ਧਰਮ ਦੇ ਲੋਕਾਂ ਤੇ ਲਾਏ ਆ। ਇਹ ਕੁਐਸਚਨਸ ਬਾਰ-ਬਾਰ ਆਉਂਦੇ ਟੈਕਸਸ ਤੇ ਜਾਂ ਇਹ ਟੈਕਸਸ ਯਾਦ ਰੱਖਣੇ ਆ ਤੁਸੀਂ। ਜਿਹੜਾ ਵੀ ਬੱਚੋ ਆਪਣਾ ਮਿਡੇਵਲ ਹੈ ਨਾ, ਮਿਡੇਵਲ ਵਿੱਚ ਅਲੱਗ-ਅਲੱਗ ਜਿਹੜੇ ਆਪਣੇ ਰਾਜੇ ਆਏ ਆ, ਕਿੰਗਸ ਆਏ ਆ, ਕਿੰਗਡਮਸ ਆਈਆਂ, ਉਹਨਾਂ ਨੇ ਕਿਸ ਕਿਸ ਟਾਈਪ ਦੇ ਸਪੈਸ਼ਲ ਟੈਕਸਸ ਲਏ ਉਹ ਲਿਸਟ ਕਰ ਲੈਣੇ ਆ ਤੁਸੀਂ। ਠੀਕ ਹੈ, ਚਾਰੀ ਐਂਡ ਘਾਰੀ ਇਹ ਟੈਕਸ ਅਲਾਉਦੀਨ ਖਿਲਜੀ ਹੈ ਨਾ ਜਿਹੜੇ, ਉਹਨਾਂ ਨੇ ਇਹ ਟੈਕਸ ਲਾਏ ਸੀਗੇ ਚਾਰੀ ਐਂਡ ਘਾਰੀ। ਠੀਕ ਹੈ ਨਾ ਜੀ, ਅਲਾਉਦੀਨ ਖਿਲਜੀ ਚਾਰੀ ਐਂਡ ਘਾਰੀ। ਹੂ ਇੰਪੋਜ਼ ਦਾ ਐਡੀਸ਼ਨਲ ਸੈਸ ਕਾਲਡ ਅਬਵਾਬਸ, ਅਬਵਾਬ ਇਹ ਸੈਸ ਹੈ ਬੱਚੋ, ਟੈਕਸ ਦੇ ਉੱਤੇ ਟੈਕਸ ਹੈ, ਜਿਹੜੇ ਟੈਕਸ ਤੇ ਕੁਝ ਪਰਸੈਂਟੇਜ ਲੱਗਦੀ ਹੁੰਦੀ ਹੈ ਨਾ ਸੈਸ ਕਹਿ ਦਿੰਦੇ ਆਪਾਂ। ਇਹ ਪੀਜ਼ੈਂਟਸ ਤੇ ਕਿਹਨੇ ਲਾਇਆ ਸੀਗਾ ਇਹ, ਮੁਹੰਮਦ ਬਿਨ ਤੁਗਲਕ। ਦੇਖੋ ਫੇਰ ਕੁਐਸਚਨ ਆ ਗਿਆ ਨਾ, ਇਦਾਂ ਦੇ ਕੁਐਸਚਨ ਦੇਖੋ ਤੁਹਾਨੂੰ ਪਤਾ ਵੀ ਯਾਦ ਰੱਖਣਾ ਹੈ। ਅਬਵਾਬਸ ਮੁਹੰਮਦ ਬਿਨ ਤੁਗਲਕ, ਐਮਬੀਟੀ ਅਬਵਾਬਸ। ਠੀਕ ਹੈ ਜੀ, ਐਮਬੀਟੀ ਅਬਵਾਬਸ। ਚਾਰੀਗਾਰੀ ਅਲਾਉਦੀਨ ਖਿਲਜੀ ਚਾਰੀਗਾਰੀ। ਠੀਕ ਹੈ ਨਾ, ਚਾਰੀ ਐਂਡ ਘਰੀ ਅਲਾਉਦੀਨ ਖਿਲਜੀ। 134ਵਾਂ ਸਵਾਲ ਬੱਚੋ, ਉੱਪਰ ਵਾਲੇ ਕੁਐਸਚਨ ਮੈਂ ਤੁਹਾਨੂੰ ਦੱਸਦੇ 133ਵਾਂ ਦੱਸਦਾ ਮੈਂ ਫਟਾਫਟ ਥੋੜੇ ਖਤਮ ਕਰਾ ਰਹੇ ਆ ਇਹ। ਅੰਡਰ ਹੂਮ ਦਸ਼ਾਲਾ ਸਿਸਟਮ ਆਫ ਲੈਂਡ ਰੈਵਨਿਊ ਸਿਸਟਮ, 10 ਸਾਲਾ ਸਿਸਟਮ ਆਫ ਲੈਂਡ ਰੈਵਨਿਊ ਸੀਗਾ, ਇਹ ਕਿਹਦੇ ਅੰਡਰ ਮਤਲਬ ਐਗਜ਼ਿਸਟ ਕਰਦਾ ਸੀਗਾ, ਅਕਬਰ ਦੇ। ਦੇਖੋ ਐਮਬੀਟੀ ਦੇ ਵਿੱਚ ਨਾ ਟਾਈਪ ਆਫ ਸਿਸਟਮਸ, ਟਾਈਪ ਆਫ ਟੈਕਸਸ ਇਦਾਂ ਦੇ ਨਾ ਬੱਚੋ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਬਿਲਕੁਲ, ਇਹਦੇ ਚ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਦਸ਼ਾਲਾ। ਹੂ ਇੰਟਰੋਡਿਊਸ ਦਾ ਨਸਕ ਸਿਸਟਮ ਆਫ ਅਸੈਸਮੈਂਟ, ਨਸਕ ਸਿਸਟਮ ਵੀ ਸੀਗਾ ਅਸੈਸਮੈਂਟ ਕਰਨੀ, ਇਹ ਕਿਹਦੇ ਅੰਡਰ ਆਇਆ ਸੀਗਾ, ਨਸਕ ਅਕਬਰ ਦੇ ਪਰਟੀਕੁਲਰਲੀ ਬੰਗਾਲ ਵਿੱਚ ਇਹਨਾਂ ਨੇ ਲਾਇਆ ਸੀਗਾ। ਦੇਖੋ ਮੈਂ ਤੁਹਾਨੂੰ ਯਾਦ ਕਰਾਨਾ, ਦਸ਼ਾਲਾ ਅਕਬਰ, ਨਸ਼ਕ ਸਿਸਟਮ ਵੀ ਅਕਬਰ, ਚਾਰੀਗਾਰੀ ਅਲਾਉਦੀਨ ਖਿਲਜੀ, ਚਾਰੀਗਾਰੀ ਅਲਾਉਦੀਨ ਖਿਲਜੀ। ਅਬਵਾਬਸ ਮੁਹੰਮਦ ਬਿਨ ਤੁਗਲਕ, ਅਬਵਾਬਸ ਮੁਹੰਮਦ ਬਿਨ ਤੁਗਲਕ। ਵਿਚ ਫ੍ਰੈਂਚ ਐਕਸਪਲੋਰਰ ਵਿਜ਼ਿਟਡ ਦਾ ਕੋਰਟ ਆਫ ਐਮਪਰਰ ਸ਼ਾਹਜਹਾਨ, ਕਿਹੜਾ ਇੱਕ ਫ੍ਰੈਂਚ ਤੋਂ ਫਰਾਂਸ ਤੋਂ ਐਕਸਪਲੋਰਰ ਆਏ ਸੀਗੇ ਭਾਈ ਸਾਹਿਬ ਆਪਣੇ ਸ਼ਾਹਜਹਾਨ ਦੇ ਕੋਰਟ ਦੇ ਵਿੱਚ। ਠੀਕ ਹੈ ਨਾ, ਤੇ ਉਸ ਤੋਂ ਬਾਅਦ ਲੈਫਟ ਡਿਟੇਲਡ ਅਕਾਊਂਟ ਹੈ ਤਖਤੇ ਤੌਸ, ਤਖਤੇ ਤੌਸ। ਇਹ ਤਖਤ ਇਹ ਤੌਸ ਨੂੰ ਪੀਕ ਆਫ ਥਰੋਨ, ਇਹ ਇਹਦੇ ਬਾਰੇ ਕੌਣ ਕਿਹੜੇ ਐਕਸਪਲੋਰਰ ਆਏ ਸੀ ਤੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਸ਼ਾਹਜਹਾਨ ਦੇ ਰਾਜਕਾਲ ਦੇ ਟਾਈਮ ਤੇ ਲਿਖਿਆ। ਜੀਨ ਬੈਪਟਾਈਜ਼ ਟਰਨਵੀਅਰ। ਤੇ ਇਹ ਮੈਂ ਤੁਹਾਨੂੰ ਦੱਸਿਆ ਨਾ ਵੀਰੋ, ਇਹ ਕਿੱਥੋਂ ਆਏ ਆ ਕੁਐਸਚਨ, ਐਨਸੀਈਆਰਟੀ ਦੇ ਇੱਕ ਜਿਹੜੀ ਆ ਦੇਖੋ ਬਈ ਇਹ ਤਾਂ ਕੁਐਸਚਨ ਤੁਹਾਨੂੰ ਜਿਹੜੇ ਪੁਰਾਣੇ ਆ ਇਹ ਤਾਂ ਜਮਾ ਹੀ ਪੱਕੇ ਹੋਣੇ ਚਾਹੀਦੇ ਆ। ਹੋਰ ਵੀ ਜੇ ਤੁਸੀਂ ਕਰਨਾ ਹੈ ਐਨਸੀਈਆਰਟੀ ਦੀਆਂ ਜਿਹੜੀਆਂ ਆਪਣੀਆਂ ਕਿਤਾਬਾਂ ਆਉਂਦੀਆਂ, 3 ਹਿਸਟਰੀ ਦੀਆਂ ਕਿਤਾਬਾਂ, ਥੀਮ 1 ਥੀਮ 2 ਥੀਮ 3, ਉਹਦੇ ਵਿੱਚੋਂ ਸਵਾਲ ਹੈ ਬੱਚੋ। ਇਹ ਲਿਸਟਿੰਗ ਕਰ ਲਓ ਤੁਸੀਂ, ਲਿਸਟਾਂ ਕੱਢ ਕੇ 10 20 ਇਹ ਆਣੇ ਹੀ ਆਣੇ ਆ, ਨੰਬਰ ਤੁਹਾਡੇ ਪੱਕੇ ਹੈ। ਤੇ ਮੈਂ ਤੁਹਾਨੂੰ ਦੱਸ ਰਿਹਾ ਮੇਨ ਜਿਹੜਾ ਬੱਚੋ ਤੁਹਾਨੂੰ ਕੰਪੀਟੀਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਇਹਦੇ ਵਿੱਚ ਹੀ ਪ੍ਰੀ ਚ ਜ਼ਿਆਦਾ ਹੁੰਦਾ, ਤੇ ਪ੍ਰੀ ਵਿੱਚ ਇੱਕ ਵੀ ਜੇ ਤੁਹਾਡੀ ਗੱਲ ਇੱਧਰ ਉੱਧਰ ਹੁੰਦੀ ਹੈ ਤਾਂ ਉਹਦੇ ਨਾਲ ਤੁਸੀਂ ਦੇਖ ਲਓ ਵੀ ਆਪਣਾ 1 ਸਾਲ ਪੈ ਜਾਂਦਾ ਬੱਚਿਆਂ ਦਾ, ਤੇ ਜੋ ਕਿ ਬੰਦਾ ਬਾਅਦ ਚ ਫੀਲ ਕਰਦਾ ਹੈ ਕਿ ਕੋਈ ਔਖੀ ਚੀਜ਼ ਨਹੀਂ ਸੀ, ਮੈਨੂੰ ਪਤਾ ਵੀ ਸੀ, ਜੇ ਮੈਂ ਲਿਸਟ ਕਰਕੇ ਯਾਦ ਕਰਦਾ ਤੇ ਕੁਐਸਚਨ ਮੇਰੇ ਹੱਥ 'ਚ ਸੀਗਾ। ਠੀਕ ਹੈ ਜੀ, ਇਹ ਹੋ ਗਿਆ। ਹੂ ਵਾਸ ਪਪੂਲਰਲੀ ਨੋਨ ਐਜ਼ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ, ਸਾਊਥ ਇੰਡੀਆ ਦਾ ਫਾਇਰ ਬ੍ਰਾਂਡ, ਇਹ ਨਾਮ ਦਿੱਤਾ ਗਿਆ ਬੱਚੋ ਇੱਕ ਤਰ੍ਹਾਂ, ਇਹ ਕਿਹਨੂੰ ਨਾਮ ਦਿੱਤਾ ਗਿਆ, ਫਾਇਰ ਬ੍ਰਾਂਡ ਆਫ ਸਾਊਥ ਇੰਡੀਆ, ਐਸ ਸਤਿਆ ਮੂਰਤੀ।
ਐਸ ਸੱਤਿਆ ਮੂਰਤੀ, ਇਹ ਮਾਡਰਨ ਹਿਸਟਰੀ ਦਾ ਕੁਐਸਚਨ ਹੋ ਗਿਆ ਇੱਕ ਤਰ੍ਹਾਂ। ਫਾਇਰ ਬ੍ਰਾਂਡ ਆਫ ਸਾਊਥ ਇੰਡੀਆ, ਜਿਹੜੀ ਆਪਣੀ ਮਾਡਰਨ ਲੜਾਈ ਚੱਲੀ ਹੈ ਇੰਡੀਪੈਂਡੈਂਸ ਦੀ, ਉਹਦਾ ਕੁਐਸਚਨ ਬਣ ਗਿਆ। ਠੀਕ ਹੈ ਜੀ। ਅਗਲੇ 100 ਉੱਪਰ ਵਾਲੇ ਕੁਐਸਚਨਾਂ ਨੂੰ ਮੈਂ ਮਾਰਕ ਵੀ ਕਰ ਦੇਣਾ ਤਾਂ ਕਿ ਤੁਹਾਨੂੰ ਫੀਲਿੰਗ ਆਂਦੀ ਰਹੇ ਵੀ ਇੰਨੇ ਆਪਣਾ ਕੁਐਸਚਨ ਆਪਾਂ ਯਾਦ ਹੋ ਗਏ ਆ। ਇਹ ਜੇ ਤੁਸੀਂ ਆਪ ਵੀ ਕਰੋਗੇ ਬੱਚੋ, ਕਾਫੀ ਟਾਈਮ ਟੇਕਿੰਗ ਹੈ, ਇੱਕ ਇੱਕ ਚੀਜ਼ ਤੁਹਾਨੂੰ ਇਨਫੋਰਮੇਸ਼ਨ ਲੱਭਣੀ ਪੈਣੀ ਹੈ, ਤੇ ਨਾਲ ਗਲਤ ਆਪਸ਼ਨ ਜਿਹੜੇ ਹੁੰਦੇ ਆ ਦਿਮਾਗ ਵਿੱਚ ਤੁਹਾਡੇ ਕੀ ਕਰਦੇ ਆ, ਧੁੰਦਲਾਪਨ। ਗਲਤ ਆਪਸ਼ਨ ਵੀ ਨਾਲ ਇੱਕ ਅਜੀਬ ਜਿਹਾ ਦਿਮਾਗ 'ਚ ਧੁੰਦਲਾਪਨ ਰੱਖਦੇ ਆ। ਗਲਤ ਆਪਸ਼ਨਾਂ ਨੂੰ ਬੱਚੋ ਛਾਂਟ ਕੇ ਫਿਲਟਰ ਕਰ ਦਿਓ, ਉਹਨਾਂ ਨੂੰ ਸਹੀ ਸਹੀ ਆਪਸ਼ਨ ਤਾੜ ਯਾਦ ਕਰੋ ਤੁਸੀਂ। ਹੂ ਇਜ਼ ਦਾ ਕਰੰਟ ਪ੍ਰੈਜ਼ੀਡੈਂਟ ਆਫ ਫੀਫਾ, ਦੇਖ ਲਓ ਕਰੰਟ ਦੇ ਇਹੋ ਜਿਹੇ ਸਵਾਲ ਆਉਂਦੇ ਆ। ਫੁੱਟਬਾਲ ਦਾ ਕੁਐਸਚਨ ਹੋ ਗਿਆ, ਫੀਫਾ ਦਾ ਉਸ ਟਾਈਮ ਦਾ 2018 ਵਿੱਚ ਕੌਣ ਸੀਗਾ? ਗਿਆਨੀ ਇਨਫੈਂਟੀਨੋ। ਗਿਆਨੀ ਇਨਫੈਂਟੀਨੋ। ਮੈਂ ਬੱਚੋ ਦੇਖ ਰਿਹਾ ਸੀਗੇ ਹੁਣ ਵੀ ਫੀਫਾ ਦੇ ਇਹੀ ਪ੍ਰਧਾਨ ਹਨ, ਕਰੰਟ ਪ੍ਰੈਜ਼ੀਡੈਂਟ ਹੈ ਜਿਹੜੇ ਫੀਫਾ ਦੇ, ਗਿਆਨੀ ਇਨਫੈਂਟੀਨੋ। Who among the following Punjabi writers have been awarded with the prestigious ਗਿਆਨਪੀਠ ਅਵਾਰਡ? ਬੱਚੋ ਗਿਆਨਪੀਠ ਅਵਾਰਡ ਤਾਂ ਕਈ ਪੰਜਾਬੀ ਬੰਦਿਆਂ ਨੂੰ ਮਿਲਿਆ, ਉਹਨਾਂ ਚੋਂ ਨਾ ਇਹ 4 ਆਪਸ਼ਨ ਲਿਖੇ ਹੋਏ ਸੀ ਕਿ ਤਾਂ ਇਸ ਕੁਐਸਚਨ ਨੂੰ ਮੈਂ ਇਸ ਤਰੀਕੇ ਨਾਲ ਕਰਿਆ। ਗੁਰਦਿਆਲ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਜਸਵੰਤ ਕੰਵਲ। ਤੇ ਇਹਨਾਂ ਚੋਂ ਗੁਰਦਿਆਲ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਜੀ ਹੈ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ। ਬੱਚੋ ਇਹ ਤੁਸੀਂ ਬਿਲਕੁਲ ਨਹੀਂ ਭੁੱਲਣਾ, ਲੱਗਦਾ ਹੈ ਸੁਰਜੀਤ ਪਾਤਰ ਜੀ ਨੂੰ ਵੀ ਨਹੀਂ, ਪਰ ਇਹ ਗਲਤੀ ਨਹੀਂ ਕਰਨੀ ਹੈਗੀ ਤੁਸੀਂ। ਠੀਕ ਹੈ, ਤਾਂ ਬਹੁਤ ਬੰਦਿਆਂ ਨੂੰ ਮਿਲਿਆ, ਪਰ ਇਹ ਆਪਸ਼ਨਾਂ ਚੋਂ ਐਕਚੁਅਲੀ ਲੱਭਣੇ ਸੀ ਕਿ ਇਹਨਾਂ ਨੂੰ ਮਿਲਿਆ, ਤਾਂ ਉਹ ਮੈਂ ਇਦਾਂ ਇਹ ਤੁਹਾਨੂੰ ਦੱਸਿਆ, ਗੁਰਦਿਆਲ ਸਿੰਘ ਤੇ ਅੰਮ੍ਰਿਤਾ ਪ੍ਰੀਤਮ। ਠੀਕ ਹੈ ਜੀ। ਗਿਆਨੀ ਇਨਫੈਂਟੀਓ, ਉੱਪਰ ਨੂੰ ਮੈਂ ਮਾੜਾ ਰਿਵਾਈਜ਼, ਐਸ ਸੱਤਿਆ ਮੂਰਤੀ, ਜੀਨ ਬੈਪਟਾਈਜ਼ਰ ਟਰਨਵੀਅਰ, ਇਹ ਫ੍ਰੈਂਚ ਐਕਸਪਲੋਰਰ ਸੀ ਜਿਹੜਾ ਸ਼ਾਹਜਹਾਨ ਦੇ ਟਾਈਮ ਤੇ ਆਇਆ ਸੀ। ਉੱਪਰ ਨੂੰ ਦੇਖੋ ਜੀ, ਫਿਰ ਨਸਕ ਸਿਸਟਮ, ਅਕਬਰ, ਦਚਾਲਾ ਸਿਸਟਮ, ਅਕਬਰ, ਕਾਰੀਗਰੀ, ਅਲਾਉਦੀਨ ਖਲਜੀ, ਅਬਵਾਬਸ ਆਫ ਪੀਜ਼ੈਂਟਸ, ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ। ਇਹ ਤੁਸੀਂ ਹੁਣ ਬੱਚਿਆਂ ਨੂੰ ਆਪਾਂ ਨੂੰ ਆ ਗਏ ਤੇ ਕਰੈਕਟ ਆਪਸ਼ਨਸ ਇਟ ਇਜ਼ देयर ਵਿਦ ਦ ਸਟੂਡੈਂਟਸ ਐਂਡ ਦੇ ਕੈਨ ਰਿਮੈਂਬਰ ਦਿਸ ਥਿੰਗ ਐਂਡ ਦੇ ਸ਼ੁਡ ਪੁੱਟ ਦਿਸ ਥਿੰਗ 100% ਇਨ देयर ਮਾਈਂਡ ਐਂਡ ਸ਼ੁਡ ਬੀ cemented in their brains ਕਿ ਕੋਈ ਵੀ ਗਲਤੀ ਇਹਦੇ ਚ ਚਾਂਸ ਨਾ ਹੋਵੇ। ਓਕੇ, ਨਾਓ ਵੀ ਆਰ ਕਮਿੰਗ ਟੂ ਕੁਐਸਚਨ ਨੰਬਰ 140। चुनकर हमें हिलाते दर गुजाशत हलाल अस्त बर्डन में शमशेर दस्त। ਇਹ ਬੱਚੋ ਇੱਕ ਪੋਇਮ ਦੀ ਲਾਈਨ ਹੈ, ਵਰਸ ਹੈ ਕਿਤੇ। ਦਿਸ ਵਰਸ ਇਜ਼ ਅ ਪਾਰਟ ਆਫ ਵਿਚ ਵਰਕ ਬਾਈ ਗੁਰੂ ਗੋਬਿੰਦ ਸਿੰਘ ਜੀ। ਜ਼ਫਰਨਾਮੇ ਚ ਬੱਚੋ ਇਹ ਸਾਡੀ ਵਰਸ ਆਂਦੀ ਹੈ। ਮੈਂ ਸ਼ਾਇਦ ਥੋੜਾ ਜਿਹਾ ਇਹ ਬਾਣੀ ਦਾ ਬਣ ਗਿਆ, ਤੁਸੀਂ ਲੈ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਨਾਲ, ਮੈਂ ਉਹਨੂੰ ਕਰੈਕਟਲੀ ਨਹੀਂ ਬੋਲ ਸਕਿਆ। ਚੁਨਕਰ ਹਮੇ ਹਿਲਾਦਰ ਗੁਜ਼ਾਸ਼ਤ ਹਲਾਲ ਅਸਤ ਬਰਦਨ ਵੀ ਸ਼ਮਸ਼ੇਰ ਦਸਤ। ਤੇ ਇਹ ਜ਼ਫਰਨਾਮਾ ਚ ਸ਼੍ਰੀ ਆਪਣੇ 10ਵੇਂ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਜ਼ਫਰਨਾਮੇ ਚ ਇਹ ਵਰਸ ਆਉਂਦੀ ਹੈ ਬੱਚੋ, ਲਾਈਨਾਂ ਜਿਹਨੂੰ ਆਪਾਂ ਕਹਿੰਦੇ ਆ। ਉਹਨਾਂ ਨੇ ਇਹ ਜ਼ਫਰਨਾਮੇ ਚ ਜੋ 2 ਪੰਕਤੀਆਂ ਉਹਦੀਆਂ ਪੰਕਤੀਆਂ ਹਨ। ਠੀਕ ਹੈ ਜੀ। 41ਵਾਂ ਸਵਾਲ, 141ਵਾਂ ਸਵਾਲ, ਬਾਈ ਵਿਚ ਐਕਟ ਦਾ ਮੈਂਬਰ ਆਫ ਦਾ ਗਵਰਨਰ ਜਨਰਲ ਕਾਉਂਸਲ ਵਰ ਰਿਡਿਊਸ ਟੂ 3। ਕਿਹੜਾ ਐਕਟ ਇਦਾਂ ਦਾ ਸੀਗਾ ਜਿਹਦੇ ਵਿੱਚ ਗਵਰਨਰ ਜਨਰਲ ਦੀ ਜਿਹੜੀ ਕਾਉਂਸਲ ਸੀਗੀ ਉਹ ਬਾਈ ਮੈਂਬਰਸ ਉਹਦੇ ਤਿੰਨ ਕਰ ਦਿੱਤੇ ਗਏ ਸੀ ਬੱਚੇ। ਪਿਟਸ ਇੰਡੀਆ ਐਕਟ, ਬਈ 2-3 ਨਾ ਬੱਚੋ ਜਿਹੜੇ ਐਕਟ ਹੈ ਨਾ, ਇਹ ਇੰਡੀਅਨ ਪੋਲਿਟੀ ਦੀ ਕਿਤਾਬ ਦੇ ਸ਼ੁਰੂ ਵਿੱਚ ਪਹਿਲੇ ਚੈਪਟਰ ਵਿੱਚ ਇਕੱਠੇ ਕਰੇ ਹੋਏ ਆ। ਇਹ ਅਲੱਗ-ਅਲੱਗ ਚਾਰਟਰ ਐਕਟ ਆਏ ਆ। ਪਿਟ ਐਕਟ ਆਇਆ 1919 ਚ ਆਇਆ, ਫਿਰ 1891 ਚ ਇਦਾਂ ਦੇ ਆਏ ਹੋਏ, ਲਾਈਨ ਵਾਈਜ਼ ਹੈ ਵੀ ਜਿਹਦੇ ਵਿੱਚ ਉਹਨਾਂ ਨੇ ਹੌਲੀ ਜਿਹੜੀਆਂ ਪਾਵਰਸ ਹੈ ਇੰਡੀਆ ਦੇ ਪੋਲੀਟੀਕਲ ਸਿਸਟਮ ਨੂੰ ਕਿਵੇਂ ਚੇਂਜ ਕੀਤਾ। ਗਵਰਨਰਸ ਆਏ ਆ, ਫਿਰ ਫੈਡਰਲ ਸਿਸਟਮ ਬਣਿਆ, 1935 ਦਾ ਐਕਟ ਆਇਆ। ਇਹ ਨਾ ਬੱਚੋ ਉਹਦੇ ਵਿੱਚੋਂ ਤੁਸੀਂ ਨਾ ਇਹਨਾਂ ਨੂੰ ਪੈਰਲਲ ਸਟੱਡੀ ਕਰ ਸਕਦੇ ਹੋ, ਪਰ ਇਹ ਖਾਸ ਜਿਹੜੀਆਂ ਪੇਪਰ 'ਚ ਗੱਲਾਂ ਨਹੀਂ, ਇਹ ਸਪੈਸ਼ਲ ਹੈ। ਜਿਵੇਂ ਗਵਰਨਰ ਜਨਰਲ ਦੀ ਜਿਹੜੀ ਕਾਉਂਸਲ ਹੈ, ਇਹਨੂੰ 3 ਦਾ ਮੈਂਬਰ ਕਦ ਬਣਾਇਆ? ਪਿਟ ਇੰਡੀਆ ਐਕਟ ਬਣਾਇਆ ਗਿਆ। ਤਾਂ ਪਿਟ ਇੰਡੀਆ ਐਕਟ, ਬਾਈ ਵਿਚ ਐਕਟ ਗਵਰਨਰ ਜਨਰਲ ਵਾਜ਼ ਇੰਪਾਵਰਡ ਟੂ ਹੋਲਡ ਦਾ ਆਫਿਸ ਆਫ ਕਮਾਂਡਰ ਇਨ ਚੀਫ ਇਨ ਸਪੈਸ਼ਲ ਕੇਸਿਸ। ਕਿਹੜੇ ਗਵਰਨਰ ਜਨਰਲ, ਬਾਈ ਗਵਰਨਰ ਜਨਰਲ ਸੀਗਾ, ਕਿਹੜੇ ਐਕਟ ਦੇ ਰਾਹੀਂ ਬੱਚੋ ਕੀ ਕੀਤਾ ਗਿਆ ਸੀਗਾ? ਇੰਪਾਵਰ ਟੂ ਹੋਲਡ ਦਾ ਆਫਿਸ ਆਫ ਕਮਾਂਡਰ ਇਨ ਚੀਫ ਇਨ ਸਪੈਸ਼ਲ ਕੇਸਿਸ। ਇਸ ਕਮਾਂਡਰ ਇਨ ਚੀਫ ਦਾ ਮਤਲਬ ਇਹ ਇੱਕ ਅਹੁਦਾ, ਮਤਲਬ ਇਹਨਾਂ ਦੇ ਕੋਲ ਇਹ ਇੰਪਾਵਰ ਕੀਤਾ ਗਿਆ ਸੀਗਾ। ਇਨ ਸਪੈਸ਼ਲ ਕੇਸਿਸ 'ਚ ਇਹ ਫੜ ਸਕਦੇ ਸੀ। ਇਹ ਵੀ ਬੱਚੋ ਪਿਟਸ ਇੰਡੀਆ ਐਕਟ ਵਿੱਚ ਹੀ ਆਂਦਾ ਹੈ। ਓਕੇ ਜੀ। ਚਾਰਟਰ ਇੰਡੀਆ ਐਕਟ 1853 ਦਾ ਦੇਖੋ ਕੁਐਸਚਨ ਆ ਗਿਆ, ਵਿਚ ਐਕਟ ਐਬੋਲਿਸ਼ ਦਾ ਮੋਨੋਪੋਲੀ ਆਫ ਕੰਪਨੀਜ਼ ਇਹ ਪਾਤਾ ਮੈਂ, CO ਆਣਾ ਸੀਗਾ, ਸੌਰੀ, ਕੰਪਨੀਜ਼ ਇੰਡੀਅਨ ਟ੍ਰੇਡ। ਕਿਹੜੇ ਐਕਟ ਦੇ ਰਾਹੀਂ? ਮੋਨੋਪੋਲੀ ਸੀ ਨਾ ਬੱਚੋ, ਪਹਿਲਾਂ ਮੋਨੋਪੋਲੀ ਸੀਗੀ ਵੀ ਕੰਪਨੀ ਹੀ ਇੰਡੀਆ ਦੇ ਨਾਲ ਟ੍ਰੇਡ ਕਰ ਸਕਦੀ ਹੈ। ਈਸਟ ਇੰਡੀਆ ਕੰਪਨੀ ਇੱਕ ਪਰਟੀਕੂਲਰ ਕੰਪਨੀ ਹੈ, ਹੋਰ ਕੋਈ ਕੰਪਨੀ ਹੈ ਵੀ UK ਚੋਂ ਜਾਂ ਫਿਰ ਇੰਗਲੈਂਡ ਚੋਂ ਨਹੀਂ ਆ ਸਕਦੀ ਜਿਹੜੀ ਇੰਡੀਆ 'ਚ ਟ੍ਰੇਡ ਕਰ ਸਕਦੀ ਹੈ, ਸਪੈਸ਼ਲ ਮੋਨੋਪੋਲੀ। ਤੇ ਇਹ ਚਾਰਟਰ ਐਕਟ 1853 ਹੈ ਨਾ ਜਿਹੜਾ, ਇਹਦੇ ਵਿੱਚ ਨਾ ਬੱਚੋ ਇਸ ਦੇ ਥਰੂ ਇਹ ਕੰਪਨੀਜ਼ ਐਕਟ ਹੈ, ਇਹ ਚਾਰਟਰ ਐਕਟ ਦੇ ਥਰੂ ਇਹਦੇ ਕੰਪਨੀ ਦਾ ਜਿਹੜੀ ਮੋਨੋਪੋਲੀ ਖਤਮ ਕੀਤੀ ਗਈ ਸੀਗੀ। ਇਹ ਯਾਦ ਰੱਖਣਾ ਤੁਸੀਂ, ਬਹੁਤ ਵੱਡੀ ਗੱਲ ਹੈ ਐਕਚੁਅਲੀ। ਇਹ ਇੱਕ ਤਰ੍ਹਾਂ ਪੜਾਅ ਵਾਲੀ ਗੱਲ ਹੈ। ਇਸ ਤੋਂ ਬਾਅਦ ਇੱਕ ਨਵਾਂ ਪੜਾਅ ਸ਼ੁਰੂ ਹੋ ਜਾਂਦਾ ਜਦ ਇਹ ਮੋਨੋਪੋਲੀ ਖਤਮ ਹੁੰਦੀ ਹੈ। ਵਿੱਚ
ਵਾਈਲ ਵਾਚਿੰਗ 3D ਪਿਕਚਰ ਵੀ ਨੀਡ ਟੂ ਵੀਅਰ, ਜਦ ਆਪਾਂ 3D ਪਿਕਚਰਾਂ ਬੱਚੋ ਦੇਖਦੇ ਆ ਆਪਾਂ ਨੂੰ ਕੀ ਪਾਣਾ ਪੈਂਦਾ, ਆਪਾਂ ਨੂੰ ਪਤਾ ਪੋਲਰਾਈਡ ਗਲਾਸ ਹੁੰਦੇ ਆ, ਐਨਕਾਂ ਤਾਂ ਆਪਾਂ ਨੂੰ ਵੈਸੇ ਪਤਾ ਬਚਪਨ ਵਾਲੀ ਗੱਲ, ਕਾਲੀਆਂ ਹੀ ਐਨਕਾਂ ਲਾ ਦਿੰਦੇ ਆ ਜੀ। ਉਹ ਕਾਲੀਆਂ ਐਨਕਾਂ ਹੈ ਕਿਆ, ਸ਼ੀਸ਼ੇ ਵਿੱਚ ਹੈ ਕਿਆ ਉਹਦੇ, ਉਹ ਪੋਲਰਾਈਡ ਗਲਾਸ ਹੁੰਦਾ ਜੀ, ਪੋਲਰਾਈਜ਼ਰ ਹੁੰਦੇ ਆ ਬੱਚੋ। ਇਹ ਬੱਚੇ ਕੀ ਕਰਦਾ ਹੈ, ਲਾਈਟ ਨੂੰ ਪੋਲਰਾਈਜ਼ ਕਰਦਾ। ਇਸ ਤੋਂ ਜ਼ਿਆਦਾ ਨਹੀਂ ਆਪਾਂ ਯਾਦ ਰੱਖ ਸਕਦੇ, ਇਸ ਤੋਂ ਜ਼ਿਆਦਾ ਜੇ ਆਪਾਂ ਯਾਦ ਕਰਾਂਗੇ ਨਾ ਹੋਊਗਾ ਕੁਛ ਨਹੀਂ, ਦਿਮਾਗ 'ਚ ਕਨਫਿਊਜ਼ਨ ਹੀ ਬਣੂਗੀ ਤੇ ਆਪਾਂ ਨੂੰ ਭੁੱਲੂਗਾ ਵੀ ਜ਼ਰੂਰ। ਤੁਸੀਂ ਯਾਦ ਰੱਖਣਾ ਜਿਹੜੀ 3D ਪਿਕਚਰਾਂ ਆਪਾਂ ਕਈ ਦੇਖਦੇ ਆ ਆਪਣੇ ਸਿਨੇਮਾ ਹਾਲਾਂ 'ਚ ਲੱਗਦੀ ਹੈ 3D ਪਿਕਚਰ ਆਈ ਹੈ, ਬੱਚੇ ਬਹੁਤ ਜ਼ਿਆਦਾ ਉਹਦੇ ਵਾਸਤੇ ਮਤਲਬ ਵੇਟ ਕਰਦੇ ਆ, ਬੱਚਿਆਂ ਦੀ ਤਾਂ ਬੜੀ ਫੇਵਰੇਟ ਹੁੰਦੀ ਆ, ਆਪਾਂ ਸਮਝਦੇ ਵੀ ਹੈ। ਉਹ ਫਿਰ ਐਨਕਾ ਦੇ ਦਿੰਦੇ ਆ ਸਿਨੇਮੇ ਹਾਲ ਵਾਲੇ, ਉਹ ਪੋਲਰਾਈਡ ਗਲਾਸ ਹੁੰਦੇ ਆ ਬੱਚੋ। ਕਿਹੜੇ? ਪੋਲਰਾਈਡ 145ਵਾਂ ਸਵਾਲ, when water is heated from 0°C to 10°C, how does it volume change? ਤੇ ਉਹਦੀ ਜਿਹੜੀ ਵੋਲਿਊਮ 'ਚ ਕੀ ਫਰਕ ਪੈਂਦਾ ਬੱਚੋ, ਜਦ ਕੋਈ ਪਾਣੀ ਨੂੰ 0 ਡਿਗਰੀ ਤੋਂ ਲੈ ਕੇ ਆਪਾਂ 10 ਡਿਗਰੀ ਤੱਕ ਗਰਮ ਕਰਦੇ ਆ ਤੇ ਉਹਦੇ ਕੀ ਫਰਕ ਪੈਂਦਾ ਉਹਦੇ ਵੋਲਿਊਮ ਵਿੱਚ ਹੈ ਨਾ। ਇਹ ਦੇਖੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਐਕਚੁਅਲੀ ਥੋੜਾ ਟ੍ਰਿਕੀ ਜਿਹਾ ਸਵਾਲ ਹੁੰਦਾ ਇਹ। ਜਦ 0 ਡਿਗਰੀ ਤੋਂ 4 ਡਿਗਰੀ ਤੱਕ ਕਰਦੇ ਆ ਨਾ, ਪਹਿਲਾਂ ਤਾਂ ਵੋਲਿਊਮ ਉਹਦਾ ਘਟਦਾ ਹੈ, ਬਾਅਦ ਚ ਵੱਧਦਾ ਹੈ। ਇਹ ਟ੍ਰਿਕੀ ਜਿਹਾ ਕੁਐਸਚਨ ਹੈ, ਹਲਕੇ ਹਲਕੇ ਸਾਇੰਸ ਦੇ ਟ੍ਰਿਕੀ ਜਿਹੇ ਜਿਹੜੇ ਫੰਡੇ ਹੁੰਦੇ ਆ ਨਾ ਵੀ, ਜਿਹੜੇ ਆਪਾਂ ਆਮ ਨਹੀਂ ਸੋਚ ਸਕਦੇ, ਇਹ ਬੱਚੋ ਉਹ ਫੰਡਿਆਂ ਦੇ ਆ, ਇਹ ਬਾਰ-ਬਾਰ ਆਉਂਦੇ ਆ ਕੁਐਸਚਨ। ਠੀਕ ਹੈ, ਤਾਂ ਤੁਸੀਂ ਪਹਿਲਾਂ ਲਿਖਣਾ ਹੈ ਵੀ ਜਿਹੜਾ ਇਹ ਡਿਕਰੀਜ਼ ਕਰਦਾ ਫਿਰ ਇਨਕਰੀਜ਼ ਕਰਦਾ। ਪਹਿਲਾਂ ਪਾਣੀ ਦਾ ਵੋਲਿਊਮ ਘਟਦਾ ਹੈ, ਪਹਿਲਾਂ ਉਹਦਾ ਇੱਕ ਸਟਰਕਚਰ ਹੁੰਦਾ ਹੈ ਪਾਣੀ ਦਾ, ਉਹ ਸਟਰਕਚਰ ਦੇ ਮੈਂ ਹੁਣ ਜ਼ਿਆਦਾ ਨਹੀਂ ਕਵਾਂਗਾ ਤੁਹਾਨੂੰ, ਉਹਦੇ ਨਾਲ ਇੱਕ ਹੈਗਜ਼ਾ ਜਿਹੜੇ ਸਟਰਕਚਰ ਦੇ ਵਿੱਚ ਵੀ ਮੋਲੀਕਿਊਲਸ ਭਰ ਜਾਂਦੇ ਆ, ਤੇ ਇਹ ਗੱਲਾਂ ਨਹੀਂ ਤੁਸੀਂ ਯਾਦ ਰੱਖਣੀਆਂ। 4 ਡਿਗਰੀ ਤੱਕ ਪਹਿਲਾਂ ਵੋਲਿਊਮ ਘਟਦਾ ਫਿਰ ਵੱਧਦਾ, ਤਾਂ ਹੀ ਲਿਖਿਆ ਇਟ ਸ਼ੈਲ ਫਸਟ ਡਿਕਰੀਜ਼ ਦੈਨ ਇਨਕਰੀਜ਼, ਪਹਿਲਾਂ ਡਿਕਰੀਜ਼ ਕਰਦਾ ਫਿਰ ਵੱਧਦਾ। ਅਕੋਰਡਿੰਗ ਟੂ ਮੈਲਥਸ ਪੋਪੂਲੇਸ਼ਨ ਥਿਓਰੀ, ਬੱਚੋ ਇਹ ਕਿਤਾਬਾਂ ਆਉਣੀਆਂ ਜੋਗ੍ਰਾਫੀ ਦੀ, ਜਿਹੜੀ ਆਪਣੀ ਹਿਊਮਨ ਜੋਗ੍ਰਾਫੀ ਹੈ ਉਹਦਾ ਕੁਐਸਚਨ ਹੈ। ਇਹ ਬਾਰ-ਬਾਰ ਮੈਲਥਸ ਪੋਪੂਲੇਸ਼ਨ ਥਿਓਰੀ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੁਐਸਚਨ ਬਣਾਉਂਦਾ ਹੈ। ਹਿਊਮਨ ਜੋਗ੍ਰਾਫੀ ਦੀ NCERT ਹੈ ਨਾ, ਪੀਣੀ ਹੈ, ਉਹਦੇ ਚੋਂ ਆ ਮੈਲਥਸ ਜ਼ਰੂਰ, ਐਡੀ ਬੜੀ ਕਿਤਾਬ ਪੀਣ ਦੀ ਬਜਾਏ ਟੌਪਿਕ ਪੀਓ ਜਿਹਦੇ ਚ ਉਹ ਬਾਰ-ਬਾਰ ਪੁੱਛਦਾ ਹੈ, ਤੇ ਇਹ ਟੌਪਿਕ ਦਾ ਆਹ ਸਵਾਲ ਤਾਂ ਰੱਟਾ ਹੀ ਮਾਰ ਕੇ ਰੱਖਣਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਠੀਕ ਹੈ ਜੀ, ਤਾਂ ਲਿਖੋ according to Malthus population theory, epidemics, natural calamities and war are known as positive checks। positive ਤੇ negative checks ਹੁੰਦੇ ਵੀ ਕਿਹਦੇ ਨਾਲ ਮਤਲਬ ਸਾਡੀ ਪੋਪੂਲੇਸ਼ਨ ਵੱਧਦੀ ਘਟਦੀ ਹੈ, ਉਹ ਮੈਲਥਸ ਭਾਈ ਸਾਹਿਬ ਨੇ ਇਹਨਾਂ ਨੇ ਥਿਓਰੀ ਦੱਸੀ, ਬੜੇ ਵੱਡੇ ਜੋਗ੍ਰਾਫੀ ਦੇ ਸਾਇੰਟਿਸਟ ਸੀਗੇ, ਇਹਨਾਂ ਨੇ ਇਹ ਕਿਹਾ ਸੀਗਾ। 147ਵਾਂ ਸਵਾਲ, 147ਵਾਂ, which was the latest member of group of advanced industrialized nations transformation from G7 to G8। ਬੱਚੋ G7 ਨੂੰ ਜਦ G8 ਵਿੱਚ ਬਦਲਿਆ ਤਾਂ ਕਿਹੜਾ ਦੇਸ਼ ਮਿਲਾ ਕੇ G7 ਨੂੰ G8, ਇਹ ਕਿਹੜੇ ਦੇਸ਼ ਹੈ ਜਿਹੜੇ ਬਹੁਤ ਐਡਵਾਂਸਡ ਹੈ ਨਾ ਇੰਡਸਟਰੀਅਲੀ, ਦੁਨੀਆ ਦੇ ਕਮਾਲ ਇੰਡਸਟਰੀ ਦਾ, ਜਿਨ੍ਹਾਂ ਦਾ GDP 'ਚ ਇੰਡਸਟਰੀ ਦੇ ਕਾਰਨ ਬਹੁਤ ਵੱਡਾ ਇੱਕ ਪੋਰਸ਼ਨ ਹੈ, ਉਹ ਐਡਵਾਂਸਡ ਇੰਡਸਟਰੀਅਲ ਨੇਸ਼ਨਸ ਨੇ ਆਪਣਾ ਇੱਕ ਗਰੁੱਪ ਬਣਾਇਆ ਹੋਇਆ। ਪਹਿਲਾਂ ਉਹ G7 ਸੀਗਾ, ਹੁਣ ਉਹਨੂੰ G8 ਕਹਿ ਦਿੰਦੇ ਆ। ਇਹ ਰਸ਼ੀਆ ਅਖੀਰਲਾ ਮੈਂਬਰ ਹੈ ਜਿਹਨੇ ਫਿਰ ਉਹਨੂੰ G7 ਨੂੰ G8 ਬਣਾਇਆ ਹੈ। ਠੀਕ ਹੈ ਜੀ, ਤੇ ਇਹ ਹੋ ਗਿਆ ਬਸ, ਆਲਮੋਸਟ ਵੀ ਆਰ ਡਨ। ਲਾਸਟ ਕੁਐਸਚਨ, ਤੁਹਾਨੂੰ ਸਾਰੀਆਂ ਗੱਲਾਂ ਪੁਰਾਣੀਆਂ ਯਾਦ ਹੋ ਗਈਆਂ। ਬੀ ਫੀਲ ਕੌਨਫੀਡੈਂਟ ਕਿ ਮੈਨੂੰ ਪਤਾ ਹੈ ਵੀ ਇਹਨਾਂ ਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਜੁੜ ਕੇ ਜ਼ਰੂਰ ਆਊਗਾ ਪੇਪਰ 'ਚ ਕੁਛ। ਐਤੀ ਮਾਰ ਪਈ ਕੁਰਲਾਨੇ ਤੇ ਕਿ ਦਰਦ ਨਾ ਆਇਆ was written by Guru Nanak Dev Ji, Guru Nanak Dev Ji on invasion by। ਠੀਕ ਹੈ ਜੀ, ਇਹ ਕਿਹਨੇ ਇਨਵੇਜਨ, ਕੌਣ ਸਾਡੇ ਦੇਸ਼ ਦੇ ਵਿੱਚ ਕਿਹੜਾ ਇੱਕ ਬਾਹਰਲਾ ਆਪਾਂ ਮਿਡੇਵਲ ਚ ਪੜ੍ਹਦੇ ਹਾਂ, ਮੁਸਲਿਮ ਲੀਡਰ ਇਨਵੇਡ ਕੀਤਾ, ਉਹਨੇ ਆ ਕੇ ਦੇਸ਼ ਤੇ ਹਮਲਾ ਕੀਤਾ, ਤੇ ਫਿਰ ਇਹ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਲਿਖੀ ਸੀਗੀ ਕਿਹਦੇ ਇਨਵੇਜਨ ਦੇ ਉੱਤੇ। ਇਨਵੇਜਨ ਮਤਲਬ ਹੁੰਦਾ ਹੈ ਕਬਜ਼ਾ ਕਰਨਾ, ਦੇਸ਼ ਦੇ ਵਿੱਚ ਵੜਨਾ, ਲੜਾਈ ਝਗੜਾ ਕਰਨਾ, ਦੇਸ਼ ਦਾ ਜਿਹੜਾ ਹੈ ਸੱਤਾ ਹਥਿਆਣੀ। ਬਾਬਰ ਆਇਆ ਸੀ, ਆਪਾਂ ਨੂੰ ਪਤਾ ਹੈ ਬਾਬਰ ਦੇ ਦੌਰਾਨ ਆਪਣੇ ਗੁਰੂ ਨਾਨਕ ਦੇਵ ਜੀ ਸੀਗੇ। ਐਤੀ ਮਾਰ ਪਈ ਕੁਰਲਾਨੇ ਤੇ ਕਿ ਦਰਦ ਨਾ ਆਇਆ, ਇਹ ਜਿਹੜੀ ਸੀਗੇ ਕਿਹਨੇ ਲਿਖਿਆ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਜਦ ਆਪਣੇ ਬਾਬਰ ਨੇ ਇਨਵੇਡ ਕੀਤਾ ਸੀਗਾ ਆਪਣੇ ਇੰਡੀਆ ਨੂੰ, ਉਸ ਦੇ ਦੌਰਾਨ ਇਹ ਲਿਖਿਆ ਸੀਗਾ। ਤਾਂ ਬੱਚੋ ਮੈਂ ਸਾਰਾ ਪੇਪਰ ਤੁਹਾਨੂੰ ਕੰਪਲੀਟਲੀ ਯਾਦ ਵੀ ਕਰਵਾਇਆ ਤੇ ਨਾਲ ਸ਼ਾਰਟ ਐਕਸਪਲੇਨੇਸ਼ਨਸ ਵੀ ਦਿੱਤੀਆਂ। ਸਾਡਾ ਚੈਨਲ ਬੱਚੋ ਸਾਰੇ ਟਾਈਪ ਦੇ, ਮੈਂ ਇਸ ਟਾਈਪ ਦੇ ਜਿਹੜੇ ਕੁਐਸਚਨ ਪੇਪਰ ਹੈ ਬੱਚੇ ਕੁਐਸਚਨ ਆਨਸਰ ਫਾਰਮੈਟ 'ਚ, ਤਾਂ ਕਿ ਫਟਾਫਟ ਯਾਦ ਹੋਵੇ, ਬੱਚੇ ਦਾ ਟਾਈਮ ਨਾ ਵੇਸਟ ਹੋਵੇ। ਐਦਾਂ ਨਹੀਂ ਕਿ ਤੁਸੀਂ ਇਹਦਾ ਪ੍ਰਿੰਟ ਆਊਟ ਕੱਢ ਕੇ ਪੜ੍ਹ ਰਹੇ ਹੋ ਤੇ ਉਹ ਗਲਤ ਆਪਸ਼ਨ ਵੀ ਨਾਲ ਦੇਖ ਰਹੇ ਹੋ ਤੇ ਬਾਰ-ਬਾਰ ਉਹਨਾਂ ਨੂੰ ਭੁੱਲ ਰਹੇ ਹੋ ਤੇ ਕਈ ਦਿਨ ਲਾ ਰਹੇ ਹੋ ਕਿ ਪੇਪਰ ਨੂੰ। ਨੋ, ਦਿਸ ਇਜ਼ ਨੋਟ ਦਾ ਥਿੰਗ। ਤੁਸੀਂ ਡਾਇਰੈਕਟਲੀ ਯਾਦ ਕਰੋ ਤੇ ਫਟਾਫਟ ਪੇਪਰਾਂ 'ਚ ਆਨਸਰਸ ਮਾਰਕ ਕਰੋ ਤੇ ਉਹਨਾਂ ਨੂੰ ਤੁਸੀਂ ਆਪਣੇ ਜੌਬਸ ਨੂੰ ਹਾਸਿਲ ਕਰੋ। ਤੇ ਬੱਚੋ ਜਿਹੜੇ ਮੈਂ ਇੱਕ ਗੱਲ ਹੋ ਰਿਹਾ, ਮੈਂ ਇਹ ਇੱਕ ਚੀਜ਼ ਕੀਤੀ ਹੈ ਵੀ ਜਿੰਨੇ ਇਹ ਕੁਐਸਚਨਸ ਹੈ ਨਾ,
ਇਹਨਾਂ 'ਚ ਜਿਹੜੀ ਮਾੜੀ ਮੋਟੀ ਕੋਈ ਹਲਕੀ ਫੁਲਕੀ ਇੱਕ ਅੱਧਾ percent ਵਿੱਚ ਮੈਂ ਪਤਾ ਹੈ ਗਲਤੀ ਹੈ ਕੋਈ ਸਪੈਲਿੰਗ ਦੀ, ਉਹਨਾਂ ਨੂੰ ਕਰੈਕਟ ਕਰਕੇ ਨਾ ਮੈਂ ਕੀ ਕਰ ਰਿਹਾ, ਹਿਸਟਰੀ ਜੀਓਗ੍ਰਾਫੀ ਪੋਲਿਟੀ ਕਰੰਟ ਹੋ ਗਿਆ, ਪੰਜਾਬ ਦੀ ਹੋ ਗਈ, ਪੰਜਾਬ ਦੇ ਕੁਐਸਚਨਸ ਹੋ ਗਏ, ਇਹਨਾਂ ਨੂੰ ਨਾ ਸੈਪਰੇਟ ਆਊਟ ਕਰਕੇ ਨਾ ਇੱਕ ਹੈਂਡ ਬੁੱਕ ਛੋਟੀ ਜੀ ਬਿਲਕੁਲ ਐਂ ਲੱਗੇ ਵੀ ਇੱਕ ਵਾਰ ਪਾਕਟ ਬੁੱਕ ਹੈ, ਵੀ ਹੱਥ 'ਚੋਂ ਪਾਕਟ ਬੁੱਕ ਹੈਗੀ ਹੈ ਤੇ ਆਪਣੇ ਕੋਲ 20-25 ਸਵਾਲ ਆਪਣੇ ਹੱਥ 'ਚ ਆਉ ਥੋੜੇ ਜਿਹੇ ਪੇਜਾਂ 'ਚੋਂ। ਕਿੰਨੇ ਕੁ ਪੇਜ ਹੋਣਗੇ? 70-80 ਪੇਜ ਸਾਰੇ ਹੀ। ਇੰਨੇ ਕੁ ਪੇਜਾਂ 'ਚੋਂ ਉਹ ਮੈਂ ਇੱਕ ਪ੍ਰਪੇਅਰ ਕੀਤੀ ਹੈ। ਇਸ ਨੂੰ ਅਸੀਂ ਲਗਾਤਾਰ ਇੰਪਰੂਵ ਕਰਦੀ ਹੈ, ਜਿਹੜੀ ਸਾਡੀ ਟੀਮ ਹੈ ਬੱਚੋ ਇਹਨੂੰ ਇੰਪਰੂਵ ਕਰਦੀ ਹੈ ਲਗਾਤਾਰ, ਹੋਰ ਛਾਂਟ ਕੇ ਵਿੱਚੋਂ ਇਨਫੋਰਮੇਸ਼ਨ ਜਿਹੜੀ ਇਨਕਰੈਕਟ ਹੈ, ਜਿਹੜੀ ਪੀਪੀਐਸਸੀ ਨੇ ਵੀ ਗਲਤੀ ਨਾਲ ਵਿੱਚ ਬਾਅਦ ਚ ਬੱਚਿਆਂ ਦੇ ਦਿਲ 'ਚ ਇੱਕ ਦਰਦ ਰਹਿ ਜਾਂਦਾ ਕਿ ਪੀਪੀਐਸਸੀ ਨੇ ਵੀ ਇਹ ਕੁਐਸਚਨ ਗਲਤ ਕਰਤਾ ਸੀਗਾ ਜਾਂ ਉਹਨਾਂ ਨੇ ਵੀ ਗਲਤ ਆਪਸ਼ਨ ਦਿੱਤੇ ਸੀਗੇ, ਇਦਾਂ ਦੇ ਵੀ ਜਿਹੜੇ ਪੁਰਾਣੇ ਬੱਚੇ ਉਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਕਰੈਕਟ ਕਰਕੇ ਅਸੀਂ ਕੁਝ ਹੈਂਡਬੁੱਕ ਪ੍ਰਿਪੇਅਰ ਕਰੀ ਜੋ ਕਿ Amazon ਤੇ ਮੈਂ ਇਹਦਾ ਲਿੰਕ ਥੱਲੇ ਪਾਵਾਂਗਾ, ਤੁਸੀਂ ਉੱਥੋਂ ਲੈ ਸਕਦੇ ਹੋ, ਬਿਲਕੁਲ ਅਫੋਰਡੇਬਲ, ਸਟੂਡੈਂਟਸ ਦੀ ਹੈਲਪ ਵਾਸਤੇ ਉਹ ਬਣਾਈ ਗਈ ਹੈ। ਸੇ ਸਾਡੀ ਟੀਮ ਨੂੰ ਤੁਸੀਂ ਹੋਰ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਟਾਈਪ ਦੀ ਕੋਈ ਚੀਜ਼, ਹੋਰ ਵੀ ਜਿੰਨੇ ਵੀ ਪੇਪਰ ਪੀਪੀਐਸਸੀ ਨੇ ਕਰਵਾਏ ਆ ਉਹਨਾਂ ਦੇ ਕੁਐਸਚਨਾਂ ਦੀ ਵੀ ਸਾਡੀ ਟੀਮ ਲਗਾਤਾਰ ਰਿਸਰਚ ਕਰਕੇ ਛਾਂਟੀ ਕਰਦੀ ਹੈ, ਠੀਕ ਹੈ। ਸੋ ਵੀ ਵਿਲ ਬੀ ਮੀਟਿੰਗ ਇਨ ਨੈਕਸਟ ਇਸੇ ਟਾਈਪ ਦਾ ਪੇਪਰ ਮੈਂ ਤੁਹਾਡੇ ਜਿਹਾ ਪਲੇਲਿਸਟ ਮੈਂ ਬਣਾਈ ਹੋਈ ਹੈ, ਤੁਸੀਂ ਪਲੇਲਿਸਟ ਤੋਂ ਬੱਚੋ ਯਾਦ ਕਰ ਸਕਦੇ ਹੋ। ਥੈਂਕ ਯੂ ਫॉर ਬੀਇੰਗ ਵਿਦ ਮੀ। ਆਵਰ ਸਬਸਕ੍ਰਾਈਬਰਸ ਦਾ, ਮੇਰਿਆਂ ਦਾ ਟਾਈਮ, ਮੇਰੇ ਵਿਊਅਰਸ ਦਾ ਟਾਈਮ, ਮੇਰੇ ਵਿਊਅਰਸ ਦੀ એનર્ਜੀ ਤੇ ਮੇਰੇ ਵਿਊਅਰਸ ਦਾ ਜਿਹੜਾ ਕਮੈਂਟਿੰਗ ਐਂਡ ਪਿਆਰ ਹੈ ਉਹ ਸਾਡੇ ਵਾਸਤੇ ਮੇਨ ਹੈ। ਬਸ ਮਾਈ ਵਿਊਅਰਸ ਮਤਲਬ ਦੇ ਵਿਲ ਬੀ given whatever they need from me, ठीक है जी। thank you students, I will be meeting for the next paper in this playlist, okay, thank you।